तौर पर तंदुरुस्त ने, रिष्ट पुष्ट ने, बाहरी तौर पर पदार्थों की उन्होंने कोल कमी नहीं है, लेकिन फिर भी तड़फते रहते हैं, वो फिर भी बड़े व्याकुल रहते हैं। उसका कारण कि वो अंदरों रोगी ने। सतगुरु जी कहते ज्यों पक्का रोगी विल लाए, गुरुदेव चेते कराउंदे जिन कन कीते अखी नाक, जिन जिहवा दिती बोले तात, जिन मैं रख्या अग्नि पाए, वाजे पवन आखे सब जाए। वो भाई जिस परमात्मा ने तेनू अखां दित्तियां देखण लई, सुन लई कंन दिते ने, तेनू बोलण लई रसना दिती है, तेरे अंदर दिख जिंद टकाई अग दे विच परमात्मा ने, उस परमात्मा नू तू कदी चेते कर लिया कर। पर सतगुरु जी कहंदे मनुख परमात्मा नू चेते नहीं करदा, ਉਹਦੇ ਨਾਲੋਂ ਟੁੱਟ ਕੇ ਔਗਣਾ ਵਿਕਾਰਾਂ 'ਚ ਪੈ ਕੇ ਇਹੋ ਜਿਹੇ ਕਰਮ ਕਰਦਾ ਕਿ ਦਾਗ ਦੋਸ ਮੂੰਹ ਚੱਲਿਆ ਲਾਹੇ, ਦਰ ਕੇ ਬੈਸਣ ਨਾ ਹੀ ਜਾਏ। ਆਪਣੇ ਨਾਲ ਲਿਬੜਿਆ ਹੋਏ ਉਹਨੂੰ ਕਿਸੇ ਸਭਾ 'ਚ ਬੈਠਣ ਨਹੀਂ ਦਿੱਤਾ ਜਾਂਦਾ, ਵੀ ਪਹਿਲਾਂ ਸਾਫ਼ ਸੁਥਰਾ ਹੋ ਕੇ ਆ। ਤੇ ਜਿਹੜਾ ਮਨੁੱਖ ਦਾਗਾਂ ਦੇ ਨਾਲ ਭਰਿਆ ਉਹ ਪ੍ਰਮਾਤਮਾ ਦੇ ਦਰ ਤੇ ਕਿਵੇਂ ਪ੍ਰਵਾਨ ਹੋਏਗਾ। ਸਤਿਗੁਰੂ ਜੀ ਕਹਿੰਦੇ ਆਗੇ ਦਰਗੇ ਬੈਸਣ ਨਾ ਹੀ ਜਾਏ, ਉਹਨੂੰ ਦਰਗਾਹ ਵਿੱਚ ਭਾਵ ਪ੍ਰਭੂ ਦੀਆਂ ਨਜ਼ਰਾਂ 'ਚ ਕੋਈ ਥਾਂ ਨਹੀਂ ਮਿਲੇਗੀ, ਕੋਈ ਸਤਿਕਾਰ ਨਹੀਂ ਮਿਲੇਗਾ, ਉਹ ਆਪਣੀ ਜ਼ਿੰਦਗੀ ਨੂੰ ਅਕਾਰਥ ਗਵਾ ਕੇ ਚਲਿਆ ਜਾਏਗਾ। ਮਨੁੱਖ ਦੀ ਜ਼ਿੰਦਗੀ ਦੀ ਬਣਤਰੀ ਵਾਹਿਗੁਰੂ ਜੀ ਨੇ ਇਹੋ ਜਿਹੀ ਬਣਾਈ ਹੈ, ਇਹ ਪ੍ਰਮਾਤਮਾ ਦੇ ਪਿਆਰ ਜੁੜਦਾ ਰਹੇਗਾ, ਤਿਉਂ ਤੋਂ ਉੱਚਾ ਉੱਠਦਾ ਰਹੇਗਾ, ਜ਼ਿੰਦਗੀ ਵਿੱਚ ਆਤਮਿਕ ਤੌਰ 'ਤੇ ਦਾ ਵਿਕਾਸ ਹੁੰਦਾ ਰਹੇਗਾ। ਚਾਹੀਦਾ ਤਾਂ ਇਹ ਹੈ ਜਦੋਂ ਮਨੁੱਖ ਧਰਤੀ 'ਤੇ ਆਇਆ, ਦੇਖੋ ਮਨੁੱਖ ਦਾ ਸਰੀਰ ਛੋਟਾ ਜਿਹਾ, ਮਾਸੂਮ ਜਿਹਾ, ਕੋਮਲ ਜਿਹਾ ਬੱਚਾ ਹੁੰਦਾ, ਪਰ ਬਾਹਰ ਕੋਮਲ ਤੇ ਅੰਦਰੋਂ ਵੀ ਉਹ ਕੋਮਲ ਹੀ ਹੁੰਦਾ, ਅੰਦਰੋਂ ਵੀ ਉਹ ਬੜਾ ਭੋਲਾ ਜਿਹਾ ਹੁੰਦਾ, ਅੰਦਰੋਂ ਬੜਾ ਮਾਸੂਮ ਜਿਹਾ ਹੁੰਦਾ। ਕੋਈ ਚਲਾਕੀ ਨਹੀਂ, ਕੋਈ ਵੈਰ ਨਹੀਂ, ਕੋਈ ਹੰਕਾਰ ਨਹੀਂ, ਕੋਈ ਕਿਸੇ ਤਰ੍ਹਾਂ ਦੀ ਤ੍ਰਿਸ਼ਨਾ ਲਾਲਸਾ ਨਹੀਂ। ਸਰੀਰ ਦਾ ਵਿਕਾਸ ਹੋਣਾ ਸ਼ੁਰੂ ਹੋ ਜਾਂਦਾ ਹੈ। ਚਾਹੀਦਾ ਤਾਂ ਇਹ ਕਿ ਜਿਉਂ-ਜਿਉਂ ਸਰੀਰ ਦਾ ਵਿਕਾਸ ਹੋਵੇ, ਮਨੁੱਖ ਦਾ ਅੰਦਰੋਂ ਉਸ ਮਾਸੂਮੀਅਤ ਦਾ ਜਾਂ ਭੋਲੇਪਣ ਦਾ ਵਿਕਾਸ ਵੀ ਹੋਣਾ ਚਾਹੀਦਾ, ਉਹਦੇ ਅੰਦਰੋਂ ਨਿਰਵੈਰਤਾ ਵੀ ਜਿਹੜੀ ਹੈ ਹੋਰ ਵਧਣੀ ਚਾਹੀਦੀ ਹੈ। ਪਰ ਸਰੀਰ ਦਾ ਵਿਕਾਸ ਹੋਣਾ ਸ਼ੁਰੂ ਹੋ ਗਿਆ, ਅੰਦਰੋਂ ਉਹਦਾ ਵਿਕਾਸ ਘਟਣਾ ਸ਼ੁਰੂ ਹੋ ਗਿਆ, ਅੰਦਰੋਂ ਉਹ ਸੁੰਗੜਨਾ ਸ਼ੁਰੂ ਹੋ ਗਿਆ, ਅੰਦਰੋਂ ਉਹਦੇ 'ਚ ਹੁਣ ਪਿਆਰ ਖਤਮ ਹੋਣਾ ਸ਼ੁਰੂ ਹੋ ਗਿਆ, ਹੁਣ ਨਫ਼ਰਤ ਆ ਗਈ, ਵੈਰ ਵਿਰੋਧ ਆ ਗਿਆ, ਲੜਾਈਆਂ ਝਗੜੇ ਆ ਗਏ, ਹੰਕਾਰ ਆ ਗਿਆ, ਗੁੱਸਾ ਆ ਗਿਆ। ਇੱਥੇ ਆ ਕੇ ਮਨੁੱਖ ਰੁਕ ਗਿਆ। ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਮਨੁੱਖ ਅੰਦਰੋਂ ਵਿਕਾਸ ਕਰੇ, ਚਾਹੀਦਾ ਤਾਂ ਇਹ ਹੈ। ਪਰ ਮਨੁੱਖ ਜੋ ਵੀ ਕਰਮ ਕਰਦਾ ਨਾ, ਜੋ ਵੀ ਕਰਮ ਕਰਦਾ, ਜਿਵੇਂ ਕਾਗਜ਼ ਦੇ ਉੱਪਰ ਲਿਖੇ ਨਹੀਂ ਜਾਂਦੇ, ਤਿਵੇਂ ਸਾਡਾ ਜਿਹੜਾ ਕਰੈਕਟਰ ਕਿਰਦਾਰ ਹੈ, ਆਚਾਰ ਜਿਹਨੂੰ ਆਪਾਂ ਕਹਿੰਦੇ ਹਾਂ, ਉਹਦੇ ਉੱਪਰ ਸਾਡੇ ਇਹ ਕਰਮ ਲਿਖੇ ਜਾਂਦੇ, ਉਹਦੇ ਨਾਲ ਹੀ ਸਾਡੇ ਆਚਾਰ ਦਾ ਵਿਕਾਸ ਹੁੰਦਾ। ਔਰ ਕੁਝ ਕਰਮ ਜ਼ਿਆਦਾਤਰ ਇਹੋ ਜਿਹੇ ਅਸੀਂ ਕਰਦੇ ਦਿਨ ਰਾਤ, ਜਿਹੜੇ ਸਾਨੂੰ ਬੰਧਨਾਂ 'ਚ ਪਾਈ ਜਾਂਦੇ ਨੇ, ਜਿਹੜੇ ਸਾਨੂੰ ਕੇਵਲ ਤਾਂ ਕੇਵਲ ਜਾਲ 'ਚ ਜਾਂ ਫਾਹੀ ਵਿੱਚ ਪਾਈ ਚਲੇ ਜਾਂਦੇ ਨੇ। ਸਾਡੀ ਹਾਲਤ ਉਸ ਪੰਛੀ ਵਰਗੀ ਹੈ ਜਿਹਨੂੰ ਫੜਨ ਦੇ ਲਈ ਸ਼ਿਕਾਰੀ ਨੇ ਜਾਲ ਲਗਾਇਆ ਹੋਏ, ਦੂਰ ਤੱਕ ਦਾਣੇ ਖਿਲਾਰੇ ਹੁੰਦੇ ਨੇ। ਪੰਛੀ ਦਾਣਿਆਂ ਦੇ ਲਾਲਚ 'ਚ ਦਾਣੇ ਚੁਗਦਾ ਚੁਗਦਾ ਬੇਖਬਰ ਹੋ ਜਾਂਦਾ, ਉਹ ਜਾਲ 'ਚ ਹੀ ਫਸ ਜਾਂਦੇ, ਜਾ ਕੇ ਉੱਥੋਂ ਫੜ ਕੇ ਫਿਰ ਉਹਨੂੰ ਪਿੰਜਰੇ 'ਚ ਪਾ ਲਿਆ ਜਾਂਦਾ ਹੈ। ਮਨੁੱਖ ਵੀ ਮੋਹ ਮਾਇਆ ਦੇ ਲਾਲਚ ਵਿੱਚ ਪੈ ਕੇ ਨਾ ਕਿ ਸ਼ਾਇਦ ਇਹ ਜੋ ਸੁੱਖ ਮਿਲੇਗਾ, ਇੱਥੋਂ ਆਨੰਦ ਮਿਲੇਗਾ, ਉਹ ਜਾਲ ਵਿੱਚ ਫਸ ਜਾਂਦਾ, ਫਿਰ ਉੱਥੋਂ ਨਿਕਲਣਾ ਔਖਾ ਹੋ ਜਾਂਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇਹੋ ਜਿਹੇ ਥਾਂ ਤੋਂ ਨਿਕਲਣ ਦਾ ਇੱਕੋ ਇੱਕ ਤਰੀਕਾ ਹੈ ਕਿ ਮਨੁੱਖ ਕਿਤੇ ਗੁਰੂ ਕੀ ਸ਼ਰਨ 'ਚ ਆ ਜਾਏ। ਜੇ ਨਹੀਂ ਆਏਗਾ, ਇਹਦੇ ਅੰਦਰ ਵਿਕਾਰਾਂ ਦੀ ਅੱਗ ਬਲ ਕੇ ਇਹਨੂੰ ਅੰਦਰੋਂ ਸਾੜਦੀ ਰਹਿੰਦੀ, ਅੰਦਰੋਂ ਇਹ ਨਿਕੰਮਾ ਹੋ ਜਾਂਦਾ। ਅੰਮ੍ਰਿਤ ਬਾਣੀ 'ਚ ਗੁਰੂ ਕੇ ਬੜੇ ਪਿਆਰੇ ਬਚਨ ਨੇ ਕਿ ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚਲੀਏ, ਤਉ ਗੁਣ ਨਾਹੀ ਅੰਤ ਹਰੇ, ਚਿਤ ਚੇਤਸ ਕੀ ਨੀ ਬਾਵਰਿਆ, ਹਰ ਬਿਸਰ ਤੇਰੇ ਗੁਣ ਗਲਿਆ। ਉਹ ਬੌਰੇ ਮਨੁੱਖ, ਤੂੰ ਪਰਮਾਤਮਾ ਨੂੰ ਚੇਤੇ ਕਿਉਂ ਨਹੀਂ ਕਰਦਾ? ਉਹ ਪਰਮਾਤਮਾ ਨੂੰ ਭੁਲਾ ਦੇਵੇਂਗਾ, ਤੇਰੇ ਗੁਣ ਅਕਾਰਥ ਚਲੇ ਜਾਣੇ ਨੇ। ਰੱਬ ਨੂੰ ਭੁਲਾ ਕੇ ਇਹ ਗੁਣ ਵੀ ਔਗਣ ਬਣ ਜਾਂਦੇ ਨੇ। ਦੇਖੋ ਨਾ, ਹਰ ਮਨੁੱਖ ਨੂੰ ਵਾਹਿਗੁਰੂ ਜੀ ਨੇ ਕੋਈ ਹੁਨਰ ਦਿੱਤਾ ਹੈ, ਵਡਿਆਈ ਦਿੱਤੀ, ਸੁੰਦਰਤਾ ਦਿੱਤੀ। ਸੁੰਦਰਤਾ ਗੁਣ ਹੈ, ਕੋਈ ਹੁਨਰ ਹੋਣਾ ਗੁਣ ਹੈ। ਪਰ ਜੇ ਸੁੰਦਰਤਾ ਦਾ ਹੰਕਾਰ ਆ ਗਿਆ, ਇਹ ਗੁਣ ਹੀ ਔਗਣ ਬਣ ਗਿਆ ਨਾ। ਜੇ ਕਿਸੇ ਹੋਰ ਹੁਨਰ ਦਾ ਹੰਕਾਰ ਆ ਗਿਆ,
कोई कहे जी मैं बड़ा विद्वान हाँ, ये तो रब की दात है। जे इस विद्वता का हंकार आ गया, विद्वता ही ये लिए डुबण का कारण बन गई, यही अवगुण बन गया। होर भी बेअंत गुण मनुखता अंदर परमात्मा ने रखे ने। जिस गुण का हंकार आ गया, हर बिसरत तेरे गुण गलिया, वो गुण तेरे आकार चले गए, बिरथा चले गए। सतगुरु जी कहते साडी तो हालत यह है, जिमें आप कागज तो नहीं कोई लिखते, साडी करनी दर्थ किरदार करैक्टर जिहड़ा है ना, वो कागज की नहीं आई। शख्सियत जिन्होंने आप कहने वो कागज की नहीं आई है, कोरी है, परमात्मा ने दी। जिहड़ा असीं एक गल कहने कि ये पुराने को लेख ही साडे इहो जे पिछले जन्म दे, असीं तो जदों आए सां साडा कागज कोरा ही सी, वो लेख कित्थे लिखे हुए सन। वो लेख असीं लिखते जो करते हाँ सोचते हो, लेख असीं लिखते। बुरा भला दोए लेख पे, ज्यों ज्यों किर चलाए तो चलीए, तो गुण नाही अंत हरे। साडे जेड़ी करनी वो कागज है, मन जेड़ा वो स्याही दी दवात वांगू है। जो मन चो संकल्प विकल्प निकलते असीं काम करते हैं, वो साडे लेख बनते जाते ने। सतगुरु जी कहते उन्होंने लेखों तो साडा बनता सुभाव, जिन्हों आपां किरत कहने, सुभाव जिन्हों संस्कार कहने। कि वह सुभाव जिहड़ा किरत जिधर मनुख नूं पेरदी उधर बंदा तुरिया चलिया जांदा है। रब दे गुणां दा अंत नहीं है। साहब कहंदे रब दे गुणां नूं चेते करो, जे नहीं करोगे अवगुणां विच पै के तुसीं गल जाओगे। साडी ते हालत है कि जाली रैन जाल दिन हुआ, जेती कड़ी फाही तेती रस चोग चुगे नित प्राणी छूट समूड़े, कवण गुणी ओ मूर्ख मन। तू नित रसां कसां विच पिया होया परमात्मा नूं भुलाई बैठे। जिन्ने तू दिन वेले कर्म करदे ना, ये जिन्नियां घड़ियां ने उन्नियां फाइयां बन गईयां तेरे लिए, बंधन बन गए। ये जाल बन गया सारा दिन। रात नूं जिन्ने कर्म तू परमात्मा नूं भुला के जिंदगी बतीत करदा कर्म करदा, वो तेरे लिए फाही बन गई। उन्हां विच तू फस गया। बंदा फाही च फसिया भी देखो, पिंजरे च पिया होए, उहदे विच दाणे छुट्टे होण, पंछी आनंद माणे, पर वो पिंजरे च तो हैगा ही है ना। मनुख विकारां अवगुणां दा रस माणदा, पर पिंजरे च फस के बड़ा खुश है। इहदी हालत यह है जिवें लोहार दी भट्ठी हुंदी है ना, जिथे वो लोहे नूं गर्म करदा है, उहनूं आहरण भी कहंदे ने। एक हुंदी ऐरण जिहदे ते लोहे दे पीस ते रख के गर्म लोहे नूं कुटदे निलहार, उहनूं ऐरण कहा जांदा है। एक आरण हुंदा है, आरण दा अर्थ हुंदा भट्ठी लोहार दी, वो दुकान पहारा। सतगुरु जी कहंदे ने कि एक काया जिहड़ी लोहार दी भट्ठी वांगू है, इहदे विच मन लोहे वांगू है। इस मन दी शरीर दी भट्ठी विच विकारां दी अग बन रही है। उस अग दे विच साडा मन सड़ सड़ के ऐन निकम्मा खिंगर बन गया। पर वो अग ते बलदी है, मनुख चिंता दे कोले पा पा के अग नूं होर उहदे भांबड़ मचा रहे। मन निकम्मा हो गया। पर गुरु बाबा जी कहंदे आपां जिथे जिस तरह भी हाँ, निराश होने की लोड़ नहीं है। जे किते सतगुरु की संगत विच आ जाइए, साडा मन सड़ सड़ के निकम्मा जरूर हो गया है, पर जे गुरु की संगत आ जाए, भया मनूर कंचन फिर होवे, जे गुर मिले तनेहा। जे किते गुरु मिल पे, साडा ये सड़िया होया मन फिर कंचन बन सकता है। गुरु अपने दर तो नाम की दात दिंदा है। जिस नाम नालों असीं टुट गए, उस नाम दे नाल जुड़दा है। नाम नाल जुड़ के ही जिंदगी सफल हो सकती है। जे जिंदगी अंदर परमात्मा के प्यार च नहीं जुड़े, तो सतगुरु जी कहते आपां लैण लई की आए हैं कि ए जिंदगी का मनोरथ, जिंदगी का आपां फल की गणीए भी की लैण लई आए हैं। सतगुरु जी ने कहा सी जन्मे का फल क्या गणी, जां हर भगत न पाओ। जे जिंदगी अंदर वाहिगुरु जी की प्रेमा भगती नहीं है, तो असीं की गणीए कि आपां की लैण लई आए हैं, खाण पीण लई आए हैं, जां दुनिया दी एवें सुख सहूलतां मानण दे लई, मौज मेले मानण लई आए हैं। सतगुरु जी कहते पैदा खादा बाद है, मुख झूठा अलाओ। जे परमात्मा नूं भुलाता तो खादा साडा खादा पीता भी अकारथ। देखो खाने जीउंदे रहण लई, जिंदगी परमात्मा दे प्यार जुड़ लई है। हुण जे असीं परमात्मा दे प्यार च नहीं जुड़े, तो वह खादा आकार चलिया गया ना। जो असीं मुख तो बोलते हाँ, वो एवें हवा दी नहीं चलिया गया, आकार चलिया गया। सतगुरु जी कहते नानक नाम सलाह तू होर होमे आओ जाओ। बंदिया
ਕੇਵਲ ਨਾਮ ਦਾ ਸਿਮਰਨ ਕਰ, ਪਰਮਾਤਮਾ ਨੂੰ ਚੇਤੇ ਕਰ। ਪਰਮਾਤਮਾ ਦੀ ਸਿਫਤ ਸਲਾਹ ਤੋਂ ਬਿਨਾਂ ਹੋਰ ਸਿਰਫ ਹਉਮੈ ਚ ਆਉਣ ਜਾਣ ਬਣਿਆ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਅੱਜ ਦੇ ਮੁੱਖ ਵਾਕ ਰਾਹੀਂ ਨਾਮ ਨਾਲੋਂ ਟੁੱਟ ਕੇ ਮਨੁੱਖ ਜਿਵੇਂ ਹੌਲਾ ਹੋ ਜਾਂਦਾ ਹੈ, ਜ਼ਿੰਦਗੀ ਦੇ ਅੰਦਰ ਔਗਣਾਂ ਨਾਲ ਜੁੜ ਜਾਂਦਾ ਹੈ, ਘਾਟੇ ਚਲਿਆ ਜਾਂਦਾ ਹੈ, ਇਸ ਗੱਲ ਦੀ ਚਰਚਾ ਕਰਦੇ ਹਾਂ ਜੋ ਉਪਦੇਸ਼ ਸਾਨੂੰ ਦੇ ਰਹੇ ਨੇ। ਆਓ ਆਪਾਂ ਮਿਲ ਕੇ ਗੁਰੂ ਕੇ ਇਹਨਾਂ ਪਾਵਨ ਬਚਨਾਂ ਦੀ ਵਿਚਾਰ ਸਾਂਝੀ ਕਰੀਏ। ਸਤਿਗੁਰੂ ਜੀ ਦੇ ਪਿਆਰ ਵਿੱਚ ਜੁੜਦੇ ਹਾਂ, ਮਨ ਬਿਰਤੀਆਂ ਨੂੰ ਟਿਕਾਉਂਦੇ ਹਾਂ, ਮੁੱਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਸਾਰੰਗ ਪਹਿਲਾ ਪੰਜਵਾਂ, ਹਰ ਕੇ ਨਾਮ ਹੀਨ ਮਤ ਥੋਰੀ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਇਹ ਅੰਮ੍ਰਿਤ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਤਰਗਤ 1222 ਅੰਕ ਤੇ ਸੁਭਾਈਮਾਨ ਨੇ। ਸਾਰੰਗ ਰਾਗ ਦੇ ਇਸ ਮੁਖਵਾਕ ਦੇ ਆਰੰਭ 'ਚ ਗਰੀਬ ਨਿਵਾਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਹਰ ਕੇ ਨਾਮ ਹੀਨ ਮਤ ਥੋਰੀ। ਵਾਹਿਗੁਰੂ ਜੀ ਦੇ ਨਾਮ ਨਾਲੋਂ ਟੁੱਟ ਕੇ ਨਾ ਸਾਡੀ ਮਤ ਹੋਛੀ ਜੀ ਹੋ ਜਾਂਦੀ, ਨਿਕੰਮੀ ਜੀ ਹੋ ਜਾਂਦੀ। ਦੇਖੋ ਸਾਡੀ ਮਤ ਹੋਛੀ ਹੈ ਨਾ, ਜਦੋਂ ਮਨੁੱਖੀ ਸਮਾਜ 'ਚ ਨਜ਼ਰ ਮਾਰੀਏ ਨਾ, ਮਨੁੱਖ ਦੀਆਂ ਲੜਾਈਆਂ ਕਾਹਦੇ ਤੋਂ ਨੇ? ਜ਼ਮੀਨ ਤੋਂ ਲੜਾਈਆਂ ਨੇ। ਜ਼ਮੀਨ ਅੱਜ ਤੱਕ ਕੋਈ ਨਾਲ ਲੈ ਹੀ ਨਹੀਂ ਗਿਆ, ਇੱਥੇ ਹੀ ਰਹਿ ਜਾਂਦੀ ਹੈ। ਧਨ ਤੋਂ ਲੜਾਈਆਂ ਨੇ, ਧਨ ਅੱਜ ਤੱਕ ਕੋਈ ਨਾਲ ਨਹੀਂ ਲੈ ਗਿਆ। ਇਹ ਹੋਛੀਆਂ ਗੱਲਾਂ ਹੀ ਆ ਨਾ, ਕਿ ਜਿਹੜੀ ਚੀਜ਼ ਨਾਲ ਹੀ ਨਹੀਂ ਜਾਣੀ ਉਹਦੇ ਲਈ ਲੜੀ ਜਾਣਾ, ਉਹਦੇ ਲਈ ਝਗੜੀ ਜਾਣਾ, ਕਤਲ ਹੋ ਜਾਂਦੇ ਇਹਨਾਂ ਚੀਜ਼ਾਂ ਦੇ ਪਿੱਛੇ। ਇਹ ਹੌਲੀਆਂ ਗੱਲਾਂ ਨੇ। ਜ਼ਿੰਦਗੀ ਦੇ ਅੰਦਰ ਜਦੋਂ ਪਰਮਾਤਮਾ ਨਾਲੋਂ ਮਨੁੱਖ ਟੁੱਟਦਾ ਹੈ, ਉਹ ਮਾਇਆ ਦੇ ਗਲਬੇ 'ਚ ਆ ਜਾਏਗਾ। ਉਹਦੇ ਅੰਦਰ ਤ੍ਰਿਸ਼ਨਾ, ਉਹਦੇ ਅੰਦਰ ਈਰਖਾ, ਉਹਦੇ ਅੰਦਰ ਵਿਕਾਰ, ਹੋਰ ਅਨੇਕ ਤਰ੍ਹਾਂ ਦੀਆਂ ਬੁਰਾਈਆਂ ਪੈਦਾ ਹੋ ਜਾਣਗੀਆਂ। ਜਿੰਨੇ ਵਿਕਾਰ ਆਉਣਗੇ ਉਹਨਾਂ ਮਨੁੱਖ ਹੌਲਾ ਸ਼ਖਸੀਅਤ ਕਰਕੇ ਹੌਲਾ ਹੋਈ ਜਾਊਗਾ। ਉਹਨੇ ਉਹ ਔਗਣ ਕਰੇਗਾ, ਚੋਰੀ ਕਰੇਗਾ, ਝੂਠ ਬੋਲੇਗਾ। ਉਹ ਸਮਾਜ ਦੀਆਂ ਨਜ਼ਰਾਂ ਤੋਂ ਤੇ ਡਿੱਗਦਾ ਹੀ ਹੈ, ਆਪਣੀਆਂ ਨਜ਼ਰਾਂ ਤੋਂ ਵੀ ਡਿੱਗ ਜਾਂਦਾ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਮਨੁੱਖ ਦੀ ਮਤ ਹੌਲੀ ਜੀ ਹੈ। ਗੁਰਬਾਣੀ 'ਚ ਸਤਿਗੁਰੂ ਜੀ ਨੇ ਮਨੁੱਖ ਨੂੰ ਸਮਝਾਉਂਦੇ ਆ ਗੱਲ ਕਿ ਬੰਦਿਆ, ਗੁਰ ਕੀ ਮਤ ਤੂੰ ਲੈ ਇਆਨੇ, ਭਗਤ ਬਿਨਾ ਬਹੁਤ ਡੂਬੇ ਸਿਆਣੇ। ਹਿਆਣੇ ਦਾ ਅਰਥ ਹੈ ਨਿਆਣਾ ਜਿਹਾ ਬੱਚਾ। ਉਹ ਬੰਦਿਆ ਤੂੰ ਨਿਆਣਾ ਹੀ ਹੈ, ਮਤ ਕਰਕੇ ਹੌਲਾ ਹੀ ਹੈ ਅਜੇ। ਗੁਰੂ ਕੀ ਮਤ ਲੈ, ਪਰਮਾਤਮਾ ਦੇ ਪਿਆਰ ਜੁੜ। ਤੂੰ ਜਿੰਨਾ ਮਰਜੀ ਆਪਣੇ ਆਪ ਨੂੰ ਸਿਆਣਾ ਸਮਝ, ਤੂੰ ਤੇ ਜ਼ਿੰਦਗੀ ਅੰਦਰ ਕੰਮ ਜਿਹੜੇ ਨਿਆਣਿਆਂ ਵਾਲੇ ਕਰ ਰਹੇ। ਨਿਆਣਿਆਂ ਦੀਆਂ ਅਜੇ ਲੜਾਈਆਂ ਇਸ ਤਰ੍ਹਾਂ ਦੀਆਂ ਨਹੀਂ ਹੁੰਦੀਆਂ ਜਿੱਦਾਂ ਦੀਆਂ ਵੱਡਿਆਂ ਦੀਆਂ ਹੋ ਗਈਆਂ ਨੇ। ਨਿਆਣੇ ਦੇਖੋ ਨਾ, ਲੜਦੇ ਨੇ ਫਿਰ ਇਕੱਠੇ ਹੋ ਜਾਂਦੇ ਨੇ। ਨਿਆਣੇ ਲੜਦੇ ਨੇ, ਥੋੜਾ ਚਿਰ ਲੜੇ, ਫਿਰ ਇਕੱਠੇ ਅਗਲੇ ਦਿਨ ਫਿਰ ਰਲ ਕੇ ਖੇਡਦੇ ਨੇ। ਲੇਕਿਨ ਸਿਆਣੇ ਲੜ ਪੈਣ ਤੇ ਇਹ ਤੇ ਪੀੜ੍ਹੀਆਂ ਤੱਕ ਵੈਰ ਨਹੀਂ ਭੁਲਾਉਂਦੇ। ਇਹ ਕਈ ਪੀੜ੍ਹੀਆਂ ਤੱਕ ਵੈਰ ਵਿਰੋਧ ਚੱਲੀ ਚਲੇ ਜਾਂਦੇ ਨੇ। ਇਹਦਾ ਮਤਲਬ ਕਿ ਮਨੁੱਖ ਜਿਉਂ-ਜਿਉਂ ਸਰੀਰ ਕਰਕੇ ਵੱਡਾ ਹੋਇਆ, ਤਿਉਂ-ਤਿਉਂ ਮਤ ਕਰਕੇ ਇਹ ਛੋਟਾ ਹੁੰਦਾ ਗਿਆ, ਅੰਦਰੋਂ ਸੁੰਗੜਦਾ ਗਿਆ, ਅੰਦਰੋਂ ਨੀਵਾਂ ਹੁੰਦਾ ਗਿਆ। ਅਸੀਂ ਦੇਖਦੇ ਹੀ ਹਾਂ ਕਿ ਮਨੁੱਖ ਨੇ ਬਿਲਡਿੰਗਾਂ ਵੱਡੀਆਂ ਬਣਾ ਲਈਆਂ ਪਰ ਅੰਦਰੋਂ ਬੜਾ ਨੀਵਾਂ ਜਿਹਾ ਹੋ ਗਿਆ। ਘਰ ਬੜੇ ਖੁੱਲ੍ਹੇ ਨੇ ਪਰ ਦਿਲ ਬੜੇ ਛੋਟੇ-ਛੋਟੇ ਜਿਹੇ ਨੇ ਸਾਡੇ ਕੋਲ। ਦਿਲ ਕਰਕੇ ਅਸੀਂ ਸੁੰਗੜ ਗਏ ਅੰਦਰੋਂ। ਬੈਂਕਾਂ ਭਾਵੇਂ ਰੁਪਈਆਂ ਨਾਲ ਭਰੀਆਂ ਪਈਆਂ ਨੇ ਪਰ ਅੰਦਰੋਂ ਖਾਲੀ। ਅੰਦਰ ਨਾ ਕਿਸੇ ਲਈ ਪਿਆਰ, ਨਾ ਕਿਸੇ ਲਈ ਹਮਦਰਦੀ, ਨਾ ਕਿਸੇ ਲਈ ਖਿੱਚ, ਅੰਦਰੋਂ ਖਾਲੀ। ਇਹਦਾ ਮਤਲਬ ਕਿ ਮਨੁੱਖ ਅੰਦਰੋਂ ਬੌਣਾ ਹੋਈ ਚਲਿਆ ਜਾਂਦਾ। ਉਹ ਬਾਹਰੋਂ ਇੱਕ ਭਰਮ ਹੈ ਕਿ ਅਸੀਂ ਬਹੁਤ ਅਮੀਰ ਬਣ ਗਏ, ਬੜਾ ਵਿਕਾਸ ਕਰ ਲਿਆ, ਅਸੀਂ ਜੀ 21ਵੀਂ ਸਦੀ 'ਚ ਆ ਗਏ, ਅਸੀਂ ਬਹੁਤ ਅੱਗੇ ਚਲੇ ਗਏ। ਇਹ ਤੇ 21ਵੀਂ ਸਦੀ 'ਚ ਆ ਕੇ ਮਨੁੱਖ ਹੋਰ ਬੌਣਾ ਹੋ ਗਿਆ, ਇਹ ਤੇ ਪਛੜ ਗਿਆ। ਸਾਡੇ ਬਜ਼ੁਰਗ ਤਾਂ ਸਾਡੇ ਤੋਂ ਕਈ ਗੁਣਾ ਚੰਗੇ ਸਨ। ਉਹ ਥੋੜੀ ਮਾਇਆ 'ਚ ਵੀ ਬੜੇ ਆਨੰਦ 'ਚ ਰਹਿੰਦੇ, ਖੁਸ਼ਹਾਲ ਰਹਿੰਦੇ ਸਨ। ਆਉਣ ਜਾਣ ਦੇ ਸਾਧਨ ਨਹੀਂ ਸਨ, ਤੁਰ ਕੇ ਸਫ਼ਰ ਕਰਦੇ ਸਨ। ਇੰਨੀਆਂ ਸੁੱਖ ਸਹੂਲਤਾਂ ਕਿਤੇ ਅਸੀਂ ਲੱਗੇ ਸਨ ਬਜ਼ੁਰਗਾਂ ਦੇ ਕੋਲ। ਅਸੀਂ ਤੇ ਉਹ ਸਮਾਂ ਵੀ ਦੇਖਿਆ ਜਦੋਂ ਕੱਚੇ ਘਰਾਂ 'ਚ ਪਿੰਡਾਂ 'ਚ ਰਹਿੰਦੇ ਸਾਂ। ਕਈ ਤਾਂ ਅਜੇ ਵੀ ਆਪਾਂ ਦੇਖਦੇ ਕਈ ਥਾਵਾਂ ਤੇ ਕੱਖਾਂ ਦੀਆਂ ਕੁੱਲੀਆਂ 'ਚ ਹੀ ਰਹਿੰਦੇ ਨੇ। ਪਰ ਜਿਉਂ-ਜਿਉਂ ਵੱਡੇ ਘਰ ਬਣ ਗਏ, ਪੱਕੇ ਘਰ ਬਣ ਗਏ, ਮਨੁੱਖ ਅੰਦਰੋਂ ਕੱਚਾ ਹੁੰਦਾ ਗਿਆ, ਅੰਦਰੋਂ ਉਹ ਕਮਜ਼ੋਰ ਹੁੰਦਾ ਗਿਆ।
देखो ना, घर मजबूत ने, ये कई साल नहीं टुटणगे, बहुत ही खुशी की गल है। पर परिवार टुटने शुरू हो गए, परिवार कच्चे हो गए, परिवार ही टुटने शुरू हो गए। घर मजबूत ने, तगड़े ने, पर अंदरों मनुख ही बड़ा कमजोर हो गया, झट टुट जाता है, निराश हो जाता है, वड्डे वड्डे घरां च अंदर वड़ के खुदकशियां करन लग पैंदा। खुदकशियां करन दा मतलब की, डिप्रैशन च जाने का मतलब की, इसदा मतलब अंदरों मनुख टुट गया, कमजोर हो गया, बौना हो गया। चाहिदा तां सी ये जिंदगी जीउण लई मिली है। जिंदगी च जो रंग आए वाहिगुरू का आसरा लैके उच्चों अगे गुजरन का यतन करे। पर मनुख ने वाहिगुरू नूं ते भुला ही दिता। वो सोचदा पैसे के आसरे ना निकल जावांगा, डॉक्टर बड़े ने मैनू तंदुरुस्ती दे देणगे, मेरे मित्र बड़े ने मैनू बिपता चों बाहर कढ देणगे। निकल जाओ फिर बाहर पई बिपता चों। दरअसल बिपता कोई है ही नहीं, बिपता ते आउंदी उदों जो असीं रब नूं भुला दिंदे, परमेश्वर ते भुल्ले आ। व्यापन सभे रोग वेमुख होए, राम ते लगन जन्म विजोग। ते सतगुरु जी कहते जिन्हां नूं कहने ने असीं अपने खिनमे कौड़े होए गए, जितड़े माया भोग, विच ना कोई कर सके किस ते रोवें रोज। आ जिहड़े रस कस जां रिश्तेदार सानूं चंगे लगदे ने, वो फिर झट कौड़े लगने शुरू हो जाते, बगाने लगने शुरू हो जाते हैं, कोई साथ नहीं दिंदा। धन गुरु अर्जन साहिब जी महाराज कहते कि हर के नामहीन मत थोरी। नाम तो हीणिया होने करके मनुख की मत थोड़ी जी है, मामूली जी है, कोई सियाणा नहीं है मनुख, सियाणे वाले काम ही नहीं करता है। सिमरत नाहे श्री तर ठाकुर, मिलत अंध दुख घोरी। ये जिंदगी के अंदर श्री धर का अर्थ है कि वह माया का मालक परमात्मा, वो माया का मालक जो परमात्मा है उन्होंने मनुख चेते ही नहीं करता। ठाकुर सारियां दा स्वामी, मिलत अंध दुख घोरी। ते परमात्मा नूं भुला के ये अन्ना हो गया, अन्ना। इहदे कोल ज्ञान दे सुरत दे नेत्र नहीं है। ये अन्ने पुणे दे विच घोर दुखां च पै गया। अखां तो नज़र ना आए बंदे नूं, ते कई वारी ना वो रस्ता नहीं पता लगदा, ते एवें किसे टोए 'च ही डिग पैंदा है। कई बारी किसे ਇਹੋ ਜਿਹੇ ਥਾਂ चल ਜਾਂਦਾ कि जिंदगी खतरे 'ਚ पै ਜਾਂਦੀ। पर ਅਸੀਂ देखते जिन्हां नूं वाहिगुरू जी ने नेत्र नहीं दिते, वो सियाणे बड़े ने, वो सगों जे डिगते नहीं, बड़ा सोच समझ के चलते हैं। लेकिन जिन्हां को नेत्र ज़्यादा डिगते हैं, जिन्हां कोल अखां ने वो सगों बहुत ही डिगते हैं, क्योंकि अखां नूं वो वरतदे ही नहीं। गुरु बाबा जी कहते कि ये मनुख परमात्मा नालों टुट गया। मिलत अंध दुख घोरी। तो ये हुण इहो जिहा अन्ना हो गया सुरत करके कि इनू घोर दुख सहने पैंदे ने, भयानक दुख इसनूं सहने पैंदे ने। रहाओ हर के नाम स्यों प्रीत न लागी, अनिक भेख बहु जोरी। इस मनुख दी परमात्मा दे नाल प्रीत नहीं लगी, प्यार तां माया नाल लग गया। और इन्ना लग्या कि माया मगर पै के ने सब कुछ भुला दिता। गुरबाणी कहती है कि दुनिया कारण दीन गवाया। गुरु के एक अमृत बचन ने, नानक दुनिया कैसी होई, सालक मित न रह्यो कोई, भाई बंदी हेत चकाया, दुनिया कारण दीन गवाया। दुनिया इन्नी भारू हो गई कि इन्हें दीन भुला दिता। ये अंदरों वो अपना इंसानियत, ये जो मनुखी धर्म सी वो खत्म हो गया। तो गुरु बाबा जी कहते हैं कि एक और दुखा च पै गया। उसका कारण कि इनू मत ही नहीं है, जीवना किवें है। देखो परमात्मा नालों टुट जाइए, अंदरों साडी अकल, साडी सियाणप खत्म होनी शुरू हो जाती है। ये पैसे कमाउण नूं ही सियाणप नहीं कहा जाता। ये ठीक है, जिंदगी च रहण लई पैसे की लोड़ है, इत्थे भी सूझ बूझ चाहिदी है, पर जिंदगी जीउण लई भी तो सियाणप चाहिदी है ना, कि किहड़ी चीज़ ने साथ जाना है, किहड़ी चीज़ ने साडे नाल रहना है, किहड़ी चीज़ नाल जुड़ के असीं सुखी होना है, वो भी तो अकल चाहिदी है। सतगुरु जी कहते कि मनुख दे दुखों का कारण यह है कि इहदे कोल सुझ ही नहीं है जिंदगी की, इहदे कोल वो ज्ञान नहीं जिंदगी जीउण दा। जदों असीं परमात्मा नाल टुटदे हां, उदों साडी अंदरों सियाणपां खत्म होंदियां चलियां जांदियां ने। ते गुरु बाबा जी कहते जो परमात्मा नाल जुड़ते हैं, देखो जिहड़े परमात्मा के प्यार जुड़े ना,
ਉਹ ਜ਼ਿੰਦਗੀ 'ਚ ਬੜਾ ਆਨੰਦ ਮਾਣ ਰਹੇ ਨੇ, ਉਹਨਾਂ ਦੇ ਕਾਰਜ ਵੀ ਹੋਈ ਚਲੇ ਜਾਂਦੇ ਨੇ। ਔਰ ਇੱਥੇ ਬਸ ਨਹੀਂ, ਜਿਹੜੇ ਪ੍ਰਮਾਤਮਾ ਦੇ ਪਿਆਰ ਜੁੜੇ ਉਹਨਾਂ ਨੂੰ ਵਾਹਿਗੁਰੂ ਜੀ ਨੇ ਉਹ ਵਡਿਆਈਆਂ ਦਿੱਤੀਆਂ ਜਿਹੜੀਆਂ ਦੁਨਿਆਵੀ ਪੈਸਿਆਂ ਨਾਲ ਨਹੀਂ ਮਿਲ ਸਕਦੀਆਂ। ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਰੱਬੀ ਪਿਆਰਿਆਂ ਦੀ ਅੰਮ੍ਰਿਤ ਬਾਣੀ ਹੈ, ਦੇਖੋ ਨਾ, ਬਾਹਰੀ ਤੌਰ 'ਤੇ ਕੋਈ ਬਹੁਤ ਵੱਡੇ ਨਹੀਂ ਆਰਥਿਕ ਤੌਰ 'ਤੇ, ਲੇਕਿਨ ਪ੍ਰਮਾਤਮਾ ਦੇ ਪਿਆਰ 'ਚ ਜੁੜੇ। ਬਾਬਾ ਨਾਮਦੇਵ ਸਾਹਿਬ ਜੀ ਨੇ ਮਨੁੱਖਤਾ ਦੇ ਉਧਾਰ ਲਈ ਇਹੋ ਜਿਹੇ ਬਚਨ ਬਖਸ਼ ਦਿੱਤੇ ਜਿਨ੍ਹਾਂ ਨੂੰ ਵੱਡੇ ਵੱਡੇ ਅੱਜ ਕੱਲ੍ਹ ਨਾ ਪੜ੍ਹੇ ਲਿਖੇ ਲੋਕ ਜਿੱਥੇ ਡਿਗਰੀਆਂ ਲੈਣਾ ਚਾਹੁੰਦੇ ਨੇ, PhD ਕਰਨਾ ਚਾਹੁੰਦੇ ਨੇ। ਬਾਬਾ ਕਬੀਰ ਸਾਹਿਬ ਜੀ ਦੀ ਅੰਮ੍ਰਿਤ ਬਾਣੀ, ਬਾਬਾ ਰਵਿਦਾਸ ਸਾਹਿਬ ਜੀ ਦੀ ਪਵਿੱਤਰ ਬਾਣੀ, ਗੁਰੂ ਸਾਹਿਬਾਂ ਦੀ ਪਵਿੱਤਰ ਬਾਣੀ। ਹੁਣ ਇਹ ਵਾਹਿਗੁਰੂ ਜੀ ਦੇ ਪਿਆਰ 'ਚ ਜੁੜਨ ਕਰਕੇ ਇਹ ਮਹਾਨ ਗੱਲਾਂ ਉਹਨਾਂ ਨੇ ਕਹੀਆਂ ਨੇ। ਇਹ ਕੋਈ ਨਾ ਕੋਈ ਦੁਨਿਆਵੀ ਸਿਆਣਪਾਂ ਨਹੀਂ ਸਨ। ਦੇਖੋ ਨਾ, ਬਾਬਾ ਅਮਰਦਾਸ ਜੀ 62 ਸਾਲ ਦੀ ਉਮਰ 'ਚ ਗੁਰੂ ਕੀ ਹਜ਼ੂਰੀ 'ਚ ਆਏ। ਉਦੋਂ ਪਹਿਲਾਂ ਤਾਂ ਉਹਨਾਂ ਕੋਈ ਬਾਣੀ ਨਹੀਂ ਉਚਾਰਨ ਕੀਤੀ, ਕੋਈ ਤੁਹਾਨੂੰ ਲਿਖਤ ਨਹੀਂ ਮਿਲੇਗੀ। ਪਰ ਗੁਰੂ ਕੀ ਹਜ਼ੂਰੀ 'ਚ ਆ ਕੇ ਗਿਆਨਵਾਨ ਹੋ ਕੇ ਪ੍ਰਮਾਤਮਾ ਦੇ ਪਿਆਰ ਜੁੜੇ, ਤੇ ਜੋ ਉਹਨਾਂ ਨੇ ਪਵਿੱਤਰ ਬਾਣੀ ਬਖਸ਼ਿਸ਼ ਕੀਤੀ ਹੈ ਉਹ ਤਪਦੇ ਦਿਲਾਂ ਨੂੰ ਠਾਰਨ ਵਾਲੀ ਹੈ। ਆਨੰਦ ਸਾਹਿਬ ਦੀ ਬਾਣੀ ਪੜ੍ਹ ਕੇ ਦੇਖੋ, ਹੋਰ ਉਹਨਾਂ ਦੀ ਪਵਿੱਤਰ ਬਾਣੀ ਪੜ੍ਹ ਕੇ ਦੇਖੋ, ਹੋਰ ਜਿੰਨੇ ਮਹਾਂਪੁਰਖ ਹੋਏ ਨੇ ਉਹਨਾਂ ਦਾ ਇਤਿਹਾਸ ਪੜ੍ਹ ਲਓ। ਜਦੋਂ ਉਹ ਪ੍ਰਮਾਤਮਾ ਦੇ ਪਿਆਰ ਜੁੜੇ, ਫਿਰ ਉਹਨਾਂ ਨੇ ਜੋ ਬਚਨ ਉਚਾਰੇ ਉਹ ਮਨੁੱਖਤਾ ਦਾ ਉਧਾਰ ਕਰਨ ਦੇ ਸਮਰੱਥ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਜਦੋਂ ਮਨੁੱਖ ਪ੍ਰਮਾਤਮਾ ਨੂੰ ਭੁਲਾਉਂਦਾ ਹੈ, ਉਹਦੀ ਮਤ ਘਟਣੀ ਸ਼ੁਰੂ ਹੋ ਜਾਂਦੀ ਹੈ। ਜਿਉਂ-ਜਿਉਂ ਪ੍ਰਮਾਤਮਾ ਨੂੰ ਚੇਤੇ ਕਰਦਾ ਹੈ, ਉਹ ਕਿੰਨਾ ਮਹਾਨ ਬਣ ਜਾਂਦਾ ਹੈ। ਬੁੱਧ ਬਲ ਸਿੱਧ ਤੈ ਗਿਆਨ, ਉੱਥੇ ਬੁੱਧੀ ਵੀ ਆ ਜਾਂਦੀ ਹੈ, ਸਿੱਧੀਆਂ ਵੀ ਆ ਜਾਂਦੀਆਂ ਨੇ, ਉੱਥੇ ਸੁੱਖ ਆ ਜਾਂਦੇ ਨੇ, ਸਭ ਕੁਝ ਆ ਜਾਂਦਾ ਹੈ ਜਿਉਂ-ਜਿਉਂ ਪ੍ਰਮਾਤਮਾ ਦੇ ਪਿਆਰ ਜੁੜਦਾ। ਜੋ ਸਫਲਤਾਵਾਂ ਦੁਨਿਆਵੀ ਸਿਆਣਪਾਂ ਤੇ ਧਨ ਨਾਲ ਨਹੀਂ ਮਿਲਦੀਆਂ, ਉਹ ਵਾਹਿਗੁਰੂ ਜੀ ਦੇ ਪਿਆਰ ਜੁੜ ਕੇ ਮਿਲ ਜਾਂਦੀਆਂ ਨੇ। ਜੋ ਜ਼ਿੰਦਗੀ ਦੀ ਕਾਮਯਾਬੀ ਜਾਂ ਗਿਆਨ ਦੁਨਿਆਵੀ ਯੂਨੀਵਰਸਿਟੀਆਂ 'ਚੋਂ ਨਹੀਂ ਮਿਲਦਾ, ਉਹ ਪ੍ਰਮਾਤਮਾ ਦੇ ਪਿਆਰ 'ਚ ਜੁੜ ਕੇ ਮਿਲ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਬੰਦਿਆ ਤੂੰ ਪ੍ਰਮਾਤਮਾ ਨੂੰ ਭੁਲਾਤਾ, ਤੇਰੀ ਮੱਤ ਥੋੜ੍ਹੀ ਹੋ ਗਈ, ਨਿਕੰਮੀ ਹੋ ਗਈ, ਨੀਵੀਂ ਹੋ ਗਈ। ਤੇ ਜਿਨ੍ਹਾਂ ਦੀ ਵਾਹਿਗੁਰੂ ਨਾਲ ਪ੍ਰੀਤ ਬਣ ਗਈ ਉਹ ਮਹਾਨ ਬਣ ਗਏ। ਪਰ ਹਰ ਕੇ ਨਾਮ ਸਿਉ ਪ੍ਰੀਤ ਨ ਲਾਗੀ, ਜਿਨ੍ਹਾਂ ਦੀ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਪ੍ਰੀਤ ਨਹੀਂ ਲੱਗੀ, ਸਾਂਝ ਨਹੀਂ ਪਈ, ਅਨੇਕ ਭੇਖ ਬਹੁ ਜੋਰੀ, ਉਹ ਬਾਹਰੋਂ ਭਾਵੇਂ ਅਨੇਕਾਂ ਅਡੰਬਰ ਕਰੀ ਜਾਣ, ਕਿਉਂਕਿ ਜਿਨ੍ਹਾਂ ਦੇ ਅੰਦਰ ਪਿਆਰ ਹੈ ਨਾ, ਉਹ ਤੇ ਜ਼ਿੰਦਗੀ ਅੰਦਰ ਦੂਰੋਂ ਪਹਿਚਾਣੇ ਜਾਂਦੇ ਨੇ। ਉਹਨਾਂ ਨੂੰ ਕੋਈ ਅਡੰਬਰ ਕਰਨ ਦੀ ਲੋੜ ਨਹੀਂ ਹੈ। ਫੁੱਲ ਹੈ ਨਾ, ਫੁੱਲ ਨੂੰ ਕੋਈ ਅਡੰਬਰ ਕਰਨ ਦੀ ਲੋੜ ਨਹੀਂ ਹੈ। ਉਹਦੇ ਕੋਲ ਸੁਗੰਧੀ ਹੈ, ਉਹ ਤੇ ਹੈ ਹੀ ਫੁੱਲ ਹੈ, ਦੁਨੀਆ ਆਪੇ ਖਿੱਚੀ ਆਏਗੀ। ਜਿੱਥੇ ਨਕਲੀ ਚੀਜ਼ਾਂ ਹੁੰਦੀਆਂ, ਅਡੰਬਰ ਉੱਥੇ ਹੁੰਦੇ। ਸਤਿਗੁਰੂ ਜੀ ਕਹਿੰਦੇ ਪ੍ਰਮਾਤਮਾ ਦੇ ਨਾਮ ਨਾਲ ਪਿਆਰ ਨਾ ਬਣਿਆ, ਮਨੁੱਖ ਪਤਾ ਫਿਰ ਕੀ ਕਰਦਾ, ਕਿਉਂਕਿ ਸੁੱਖ ਪ੍ਰਾਪਤ ਕਰਨਾ ਸਾਡੀ ਜ਼ਿੰਦਗੀ ਦਾ ਮਕਸਦ ਵੀ ਹੈ, ਮਨੋਰਥ ਵੀ ਹੈ, ਹੱਕ ਵੀ ਹੈ। ਤੇ ਸੁੱਖ ਤੇ ਤਾਂ ਮਿਲੇਗਾ ਜੇ ਅਸੀਂ ਜ਼ਿੰਦਗੀ ਦੇ ਸੱਚੇ ਮਾਰਗ ਤੇ ਚੱਲਾਂਗੇ। ਜ਼ਿੰਦਗੀ ਦੁੱਖਾਂ ਲਈ ਨਹੀਂ ਹੈ, ਦੁੱਖ ਤੇ ਤਾਂ ਆਏ ਜਦੋਂ ਅਸੀਂ ਜ਼ਿੰਦਗੀ ਦੇ ਮਾਰਗ ਤੋਂ ਖੁੰਝ ਗਏ। ਹੁਣ ਜਦੋਂ ਅਸੀਂ ਜ਼ਿੰਦਗੀ ਦੇ ਸੱਚੇ ਮਾਰਗ ਤੇ ਚੱਲਾਂਗੇ, ਸੁੱਖ ਤੇ ਆਪਣੇ ਆਪ ਆਏਗਾ। ਹੁਣ ਬੰਦਾ ਜ਼ਿੰਦਗੀ ਦੇ ਸੱਚੇ ਮਾਰਗ ਤੇ ਚੱਲ ਨਹੀਂ ਰਿਹਾ, ਪਰ ਉਹ ਸੋਚਦਾ ਸੁੱਖ ਵੀ ਮਿਲੇ, ਉਹ ਫਿਰ ਨਾ ਅਡੰਬਰ ਕਰਦਾ। ਅਡੰਬਰ, ਉਹ ਅਡੰਬਰ ਕੀ ਕਰਦਾ, ਬਾਹਰੋਂ ਕੋ ਭੇਖ ਪਾ ਲਿਆ, ਕੋਈ ਕਿਸੇ ਧਰਮ ਸਥਾਨ ਤੇ ਲਗਾਤਾਰ ਬੈਠ ਗਿਆ, ਜਾਂ ਧਰਮ ਸਥਾਨ ਤੇ ਆਉਣ ਜਾਣ ਬਣਾ ਲਿਆ, ਧਾਰਮਿਕ ਕਰਮ ਕਰਨੇ ਸ਼ੁਰੂ ਕਰ ਦਿੱਤੇ, ਬਾਹਰੋਂ ਇਹ ਦਰਸਾਉਣ ਲਈ ਕਿ ਮੈਂ ਬੜਾ ਧਰਮੀ ਹਾਂ ਤੇ ਮੈਂ ਬੜਾ ਸੁਖੀ ਹਾਂ। ਉਹ ਬਾਹਰੋਂ ਅਡੰਬਰ ਕਰਦਾ, ਬਾਹਰੋਂ ਕੁਝ ਹੋਰ ਹੈ, ਅੰਦਰੋਂ ਕੁਝ ਹੋਰ ਹੈ, ਅੰਦਰੋਂ ਸੁਖੀ ਨਹੀਂ ਹੈ। ਬੇਅੰਤ ਮੇਰੇ ਵਰਗੇ ਧਰਮ ਸਥਾਨਾਂ ਤੇ ਬੈਠੇ ਨੇ, ਪਵਿੱਤਰ ਰੁਤਬਿਆਂ ਤੇ ਬੈਠੇ ਨੇ, ਬਾਹਰੋਂ ਉਹ ਦੇਖਣ ਨੂੰ ਧਾਰਮਿਕ ਲੱਗਦੇ ਨੇ, ਲੇਕਿਨ ਅੰਦਰੋਂ ਬੜੇ ਬੇਚੈਨ ਨੇ, ਅੰਦਰੋਂ ਬੜੇ ਪਰੇਸ਼ਾਨ ਨੇ, ਕਿਉਂਕਿ ਅਡੰਬਰ ਹੈ। ਬਾਹਰਲੇ ਅਡੰਬਰ ਦੇ ਨਾਲ ਬੰਦਾ ਲੋਕਾਂ ਨੂੰ ਤੇ ਭਰਮਾ ਸਕਦਾ ਕਿ ਮੈਂ ਧਰਮੀ ਹਾਂ, ਲੇਕਿਨ ਅੰਦਰੋਂ ਸੁਖੀ ਨਹੀਂ ਹੋ ਸਕਦਾ। ਧਰਮ ਦਿਖਾਉਣ ਲਈ ਨਹੀਂ ਹੈ, ਧਰਮ ਦਿਖਾਉਣ ਲਈ ਨਹੀਂ, ਧਰਮ ਤਾਂ ਆਪਣੇ ਲਈ ਹੈ। ਜਦੋਂ ਧਰਮ ਦਿਖਾਉਣ ਦਾ ਇੱਕ ਸਾਧਨ ਬਣ ਗਿਆ, ਉਹ ਅਡੰਬਰ ਬਣ ਗਿਆ, ਪਖੰਡ ਬਣ ਗਿਆ। ਧਰਮ ਆਪਣੇ ਲਈ ਸੀ ਕਿ ਮੈਂ ਜ਼ਿੰਦਗੀ ਅੰਦਰ ਸੁਖੀ ਹੋਣਾ, ਤੇ ਮੇਰਾ ਧਰਮ ਕੀ ਹੈ, ਮੈਂ ਕਰਨਾ ਕੀ ਹੈ।
ਮੇਰੀ ਡਿਊਟੀ, ਧਰਮ ਦਾ ਅਰਥ ਡਿਊਟੀ ਹੈ। ਜਦੋਂ ਤੁਸੀਂ ਆਪਣੀ ਡਿਊਟੀ ਨੂੰ ਸਮਰਪਿਤ ਹੋ ਜਾਓਗੇ ਨਾ, ਸਮਰਪਿਤ ਆਪਣੀ ਜ਼ਿੰਦਗੀ ਦਾ ਫਰਜ਼ ਪਹਿਚਾਣ ਲਵਾਂਗੇ, ਜਿਹਨੂੰ ਕਹਿੰਦੇ ਨਾ ਕ੍ਰਿਸ਼ਮੇ ਹੋਣੇ ਸ਼ੁਰੂ ਹੋ ਜਾਂਦੇ, ਕ੍ਰਿਸ਼ਮੇ ਮਿਰੇਕਲ ਕਹਿੰਦੇ ਨੇ। ਜ਼ਿੰਦਗੀ 'ਚ ਆਪਣੇ ਆਪ ਇਹੋ ਜਿਹੇ ਕੌਤਕ ਹੋਣੇ ਸ਼ੁਰੂ ਹੋ ਜਾਂਦੇ ਨੇ। ਦੇਖੋ ਤੰਦਰੁਸਤੀ ਹੈ, ਅਸੀਂ ਡਾਕਟਰਾਂ ਕੋਲ ਜਾਂਦੇ ਹਾਂ ਕਿ ਕੋਈ ਦਵਾਈ ਦਿਓ, ਕੋਈ ਸਾਨੂੰ ਇਲਾਜ ਦੱਸੋ, ਡਾਕਟਰ ਦਵਾਈਆਂ ਦਿੰਦੇ ਨੇ, ਆਪਾਂ ਡਾਕਟਰਾਂ ਕੋਲ ਦਵਾਈਆਂ ਤੇ ਲੈਂਦੇ ਹਾਂ, ਲੇਕਿਨ ਸਾਡਾ ਸਰੀਰ ਦੇ ਪ੍ਰਤੀ, ਜੀਵਨ ਪ੍ਰਤੀ ਕੀ ਮਨੋਰਥ ਹੈ, ਫਰਜ਼ ਹੈ, ਉਹ ਨਹੀਂ ਪਹਿਚਾਣਦੇ। ਡਾਕਟਰ ਸਾਹਿਬ ਦੱਸ ਦਿੰਦੇ ਨੇ, ਕਈ ਨਹੀਂ ਵੀ ਦੱਸਦੇ। ਚੰਗੇ ਡਾਕਟਰ ਸਾਹਿਬ ਦੱਸ ਦਿੰਦੇ ਨੇ, ਆਹ ਕੁਝ ਖਾਇਆ ਕਰੋ, ਇੱਦਾਂ ਕਰਿਆ ਕਰੋ, ਸਰੀਰ ਨੂੰ ਸੰਭਾਲੋ, ਫਿਰ ਦਵਾਈ ਦੀ ਲੋੜ ਨਹੀਂ ਪੈਗੀ। ਚੰਗੇ ਡਾਕਟਰ ਦੱਸ ਦਿੰਦੇ ਨੇ। ਤੇ ਜਿਨ੍ਹਾਂ ਨੇ ਹੋਰ ਦਵਾਈਆਂ ਤੇ ਲਾਉਣਾ ਉਹ ਨਹੀਂ ਦੱਸਦੇ, ਕਹਿੰਦੇ ਆਹ ਖਾ ਲੈ, ਨਹੀਂ ਹਟੂ ਤੇ ਆਹ ਖਾ ਲਈ। ਉਹ ਫਿਰ ਦਵਾਈਆਂ ਦਾ ਕਮਿਸ਼ਨ ਵੀ ਉਹਨਾਂ ਦਾ ਹੁੰਦਾ, ਕਿਉਂਕਿ ਪੱਕਾ ਇੱਕ ਬੰਦਾ ਬਚ ਗਿਆ, ਪੱਕੀ ਆਮਦਨ ਬਚ ਗਈ ਉਹਨਾਂ ਦੀ। ਲੇਕਿਨ ਜੇ ਅਸੀਂ ਇਹ ਜਾਣ ਲਈਏ ਕਿ ਜ਼ਿੰਦਗੀ ਸਾਡੀ ਹੈ, ਅਸੀਂ ਤੰਦਰੁਸਤ ਰਹਿਣਾ, ਤੇ ਅਸੀਂ ਖਾਣਾ ਕੀ ਸਾਨੂੰ ਪਤਾ ਹੋਣਾ ਚਾਹੀਦਾ। ਅਸੀਂ ਆਪਣਾ ਖਾਣਾ ਪੀਣਾ ਹੀ ਸਵਾਰ ਲਈਏ ਨਾ ਜ਼ਿੰਦਗੀ ਅਨੁਸਾਰ, ਤੇ ਦਵਾਈਆਂ ਦੀ ਲੋੜ ਹੀ ਨਹੀਂ ਰਹੇਗੀ, ਡਾਕਟਰਾਂ ਕੋਲ ਜਾਣ ਦੀ ਲੋੜ ਨਹੀਂ ਰਹੇਗੀ। ਜੇ ਅਸੀਂ ਆਪਣਾ ਖਾਣਾ ਪੀਣਾ ਸਵਾਰ ਲਈਏ, ਸਾਰੇ ਰੋਗਾਂ ਦਾ ਇਲਾਜ ਸਾਡੇ ਖਾਣੇ ਦੇ ਵਿੱਚ ਹੈ, ਸਾਡੇ ਘਰ 'ਚ ਹੀ ਹੈ, ਸਾਡੇ ਅੰਦਰ ਹੀ ਬੈਠਾ ਹੋਇਆ। ਪਰਮਾਤਮਾ ਨੇ ਬੜੀ ਵਧੀਆ ਰਚਨਾ ਬਣਾਈ ਹੈ, ਅਸੀਂ ਪਰਮਾਤਮਾ ਦੀ ਰਚਨਾ ਨੂੰ ਸਮਝ ਨਹੀਂ ਸਕੇ, ਪ੍ਰਕਿਰਤੀ ਨੂੰ ਸਮਝ ਨਹੀਂ ਸਕੇ। ਕਦੀ ਪਹਾੜਾਂ 'ਚ ਜਾਓ ਨਾ, ਤੁਸੀਂ ਹਿਮਾਚਲ ਚੱਲ ਜਾਓ, ਉੱਥੇ ਇੱਕ ਬੂਟੀ, ਉਹਨੂੰ ਕਹਿੰਦੇ ਬਿੱਛੂ ਬੂਟੀ। ਉਹ ਬੂਟੀ ਨੂੰ ਕਿਤੇ ਤੁਸੀਂ, ਤੁਹਾਡਾ ਹੱਥ ਲੱਗ ਜਾਏ ਤੇ ਉੱਥੇ ਖੁਰਕ ਹੋਣੀ ਸ਼ੁਰੂ ਹੋ ਜਾਏਗੀ। ਉਹ ਜਿੱਥੇ ਜਿੱਥੇ ਉਹ ਹੱਥ ਫਿਰ ਲੱਗੇਗਾ, ਜਿਹੜਾ ਉੱਥੇ ਲਾਇਆ, ਉੱਥੇ ਉੱਥੇ ਖੁਰਕ ਹੋਣੀ ਸ਼ੁਰੂ ਹੋ ਜਾਊਗੀ, ਬੇਚੈਨੀ ਜੀ ਹੋ ਜਾਏਗੀ ਤੁਹਾਡੇ ਸਰੀਰ 'ਚ। ਤੇ ਜਿਹੜੇ ਪਹਾੜ ਦੇ ਇਲਾਕੇ ਦੇ ਭੇਤੀ ਨੂੰ ਉਹਨੂੰ ਪਤਾ ਕਿ ਉਸੇ ਬੂਟੀ ਦੇ ਪੈਰਾਂ 'ਚ ਇੱਕ ਹੋਰ ਬੂਟੀ ਹੈ, ਪਾਲਕ ਵਰਗੀ, ਉਹਨੂੰ ਚੁੱਕ ਕੇ ਲਾਓ ਤੇ ਉਹ ਤੁਹਾਡੀ ਖਾਜ ਠੀਕ ਹੋ ਜਾਂਦੀ ਹੈ। ਕੁਦਰਤ ਨੇ ਤੇ ਦਵਾਈ ਨਾਲੇ ਰੱਖੀ ਹੋਈ ਹੈ, ਲੇਕਿਨ ਸਾਨੂੰ ਕੁਦਰਤ ਤੇ ਯਕੀਨ ਨਹੀਂ ਹੈ। ਕੁਦਰਤ ਦੇ ਤੇ ਅਸੀਂ ਵਿਰੋਧੀ ਬਣ ਗਏ, ਪ੍ਰਕਿਰਤੀ ਨਾਲ ਤੇ ਅਸੀਂ ਟੱਕਰ ਲਾ ਕੇ ਕਹਿੰਦੇ ਅਸੀਂ ਜੇ ਚੰਦਰਮਾ ਤੇ ਚੜ੍ਹ ਜਾਣਾ, ਹੁਣ ਅਸੀਂ ਤੇ ਬੜੀ ਤਰੱਕੀ ਕਰ ਲੈਣੀ ਹੈ, ਵੱਡੇ ਵੱਡੇ ਜਹਾਜ਼ ਖਰੀਦ ਲੈਣੇ ਹੈ, ਵੱਡੇ ਵੱਡੇ ਟੈਂਕ ਖਰੀਦ ਲੈਣੇ, ਅਸੀਂ ਸੁਖੀ ਹੋ ਜਾਣਾ। ਮਨੁੱਖ ਜੋ ਕੁਝ ਕਰਦਾ ਹੈ ਉਹ ਮਨੁੱਖੀ ਸਮਾਜ ਦੀ ਬਰਬਾਦੀ ਲਈ ਕਰ ਰਿਹਾ ਹੈ। ਮਤਾਂ ਸੋਚਣਾ ਕਿ ਸਾਡੇ ਜੋ ਵੱਡੇ ਵੱਡੇ ਫੰਨੇ ਖਾਂ ਡੀਂਗਾ ਮਾਰਦੇ ਨੇ, ਕੋਈ ਮੁਲਕ ਲਈ ਜਾਂ ਸਮਾਜ ਲਈ ਕੁਝ ਕਰਨਾ ਚਾਹੁੰਦੇ, ਨਹੀਂ, ਉਹ ਇਸ ਦੀ ਬਰਬਾਦੀ ਲਈ ਸਾਧਨ ਬਣਾ ਰਹੇ ਨੇ। ਚਾਹੀਦਾ ਤਾਂ ਇਹ ਹੈ ਕਿ ਅਸੀਂ ਸਾਡੇ ਸਕੂਲਾਂ ਕਾਲਜਾਂ 'ਚ ਸਾਡਾ ਕੋਈ ਇਹੋ ਜਿਹਾ ਸਿਲੇਬਸ ਹੋਏ ਕਿ ਉਹ ਮਨੁੱਖਾਂ ਨੂੰ ਇਨਸਾਨ ਬਣਾਉਣ ਦੀ ਜਾਚ ਦੱਸਣ। ਇਹ ਮਨੁੱਖ ਜਿਹੜੇ ਨੇ, ਇਹਨਾਂ 'ਚ ਮਨੁੱਖਤਾ ਕਿਵੇਂ ਪੈਦਾ ਹੋਏ, ਇਹ ਜ਼ਿੰਦਗੀ ਦੇ ਅੰਦਰ ਇੱਕ ਵਧੀਆ ਸਮਾਜ ਕਿਵੇਂ ਬਣੇ। ਲੇਕਿਨ ਪਾਲੀਟੀਸ਼ਨਾਂ ਨੇ ਤੇ ਵਧੀਆ ਸਮਾਜ ਬਣਾਉਣ ਦੀ ਗੱਲ ਨਹੀਂ ਕਰਨੀ, ਉਹਨਾਂ ਨੇ ਸੋਚਣਾ ਕਿ ਅਨਪੜ੍ਹ ਜਿਹਾ ਸਮਾਜ ਹੋਣਾ ਚਾਹੀਦਾ, ਮੂਰਖ ਜਿਹਾ, ਲਾਈ ਲੱਗ ਜਿਹਾ ਸਮਾਜ ਹੋਣਾ ਚਾਹੀਦਾ, ਅਮਲੀ ਜਿਹਾ ਸਮਾਜ ਹੋਣਾ ਚਾਹੀਦਾ। ਜਿੱਥੇ ਅਸੀਂ ਅਨਾਉਂਸ ਕਰ ਦਈਏ ਦਾਲਾਂ ਫ੍ਰੀ ਦੇਵਾਂਗੇ ਤੁਹਾਨੂੰ, ਸਾਨੂੰ ਵੋਟਾਂ ਦੇ ਦਿਓ, ਤੁਹਾਨੂੰ ਚਾਹ ਪੱਤੀ ਫ੍ਰੀ ਦੇਵਾਂਗੇ, ਵੋਟਾਂ ਦੇ ਦਿਓ। ਹੁਣ ਜਿਹੜਾ ਸਮਾਜ ਦਾਲਾਂ ਲੈ ਕੇ ਵੋਟਾਂ ਪਾਉਂਦਾ, ਉਹ ਸਮਾਜ ਕਿਹੋ ਜਿਹਾ ਹੋ ਸਕਦਾ ਜੀ? ਇਹਦੂ ਭਿਖਾਰੀ ਸਮਾਜ ਕੀ ਹੋ ਸਕਦਾ? ਜਿਹੜਾ ਸਮਾਜ 5 ਕਿਲੋ ਆਟੇ ਤੇ ਹੀ ਵੋਟਾਂ ਦੇਈ ਚੱਲਿਆ ਜਾਂਦਾ, ਉਹ ਸਮਾਜ ਨੂੰ ਕੀ ਸਮਝੋਗੇ? ਤੇ ਜਿਹੜੇ ਲਾਰੇ ਲਾਉਣ ਵਾਲੇ ਕੋ, ਉਹ ਵੀ ਕੁਝ ਸਿਆਣੇ ਨਹੀਂ ਹੈ, ਉਹ ਵੀ ਹੋਛੇ ਮਤ ਵਾਲੇ ਨੇ, ਉਹ ਮਨੁੱਖਤਾ ਦੇ ਵੈਰੀ ਨੇ, ਮੁਲਕ ਦੇ ਉਹ ਵੈਰੀ ਨੇ, ਕੋਈ ਹਮਦਰਦ ਨਹੀਂ ਹੈ, ਉਹ ਦੁਖੀ ਨੇ ਮਨੁੱਖੀ ਸਮਾਜ ਦੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਜਦੋਂ ਤੁਸੀਂ ਪਰਮਾਤਮਾ ਨਾਲੋਂ ਟੁੱਟੋਗੇ, ਉਦੋਂ ਅੰਦਰੋਂ ਹੌਲੇ ਹੁੰਦੇ ਜਾਓਗੇ, ਅੰਦਰੋਂ ਤੁਸੀਂ ਨੀਵੇਂ ਹੁੰਦੇ ਜਾਓਗੇ। ਤੇ ਹੋਏਗਾ ਕਿ ਫਿਰ ਬੰਦਾ ਬਾਹਰੋਂ ਅਡੰਬਰ ਕਰੇਗਾ, ਅਡੰਬਰ। ਅੰਦਰੋਂ ਖਾਲੀ ਹੋਏ ਨਾ ਬੰਦਾ, ਫਿਰ ਬੜੇ ਲਾਰੇ ਲਾਏਗਾ ਲੋਕਾਂ ਨੂੰ, ਫਿਰ ਬੜਾ ਦਿਖਾਵਾ ਕਰੇਗਾ, ਜੀ ਮੈਂ ਤੇ ਬੜਾ ਧਾਰਮਿਕ। ਦੇਖੋ ਹੁਣ ਵੋਟਾਂ ਆਉਣੀਆਂ, ਸਾਰੇ ਲੀਡਰ ਧਾਰਮਿਕ ਬਣ ਜਾਣੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬੜੀਆਂ ਸੋਹਣੀਆਂ ਨੀਲੀਆਂ ਪੱਗਾਂ ਪੋਚਵੀਆਂ, ਚਿੱਟੇ ਚਿੱਟੇ ਕੱਪੜੇ ਹੋਣੇ, ਗੁਰਦੁਆਰਿਆਂ 'ਚ ਜਾਣਾ, ਪੱਗਾਂ ਮੰਦਰਾਂ ਜਾਣਾ, ਗਲਾਂ 'ਚ ਹਾਰ ਪਾ ਲੈਣੇ, ਮੱਥੇ ਟਿੱਕੇ ਲਗਾ ਲੈਣੇ ਉਹਨਾਂ ਨੇ। ਉਹ ਸਿਰਫ ਇਹ ਹੀ ਹੈ, ਜਿੱਦਾਂ ਨਾਟਕ ਦੇ ਵਿੱਚ ਨਹੀਂ ਆਉਂਦੇ ਭੇਖ ਕਰਕੇ ਆਪੋ ਆਪਣਾ ਦਿਖਾਵਾ ਕਰਨ ਦੇ ਲਈ, ਇੱਦਾਂ ਦਾ ਹੁਣ ਅਡੰਬਰ ਸ਼ੁਰੂ ਹੋ ਜਾਣਾ ਆਉਣ ਵਾਲੇ ਦਿਨਾਂ ਦੇ ਅੰਦਰ। ਲੇਕਿਨ ਅੰਦਰੋਂ ਖਾਲੀ ਨੇ ਸਾਰੇ, ਅੰਦਰੋਂ ਮਨੁੱਖਤਾ ਦੇ ਲਈ, ਸਮਾਜ ਦੇ ਲਈ, ਮੁਲਕ ਦੇ ਲਈ ਕਿਸੇ ਦੇ ਮਨ 'ਚ ਕੋਈ ਹਮਦਰਦੀ ਨਹੀਂ ਕਿ ਮੁਲਕ ਕਿਵੇਂ ਬਚਣਾ ਚਾਹੀਦਾ। ਸਿਰਫ ਆਪਣਾ ਸਵਾਰਥ, ਮੈਂ ਤੇ ਮੇਰਾ ਧੜਾ ਅੱਗੇ ਕਿਵੇਂ ਵਧਣਾ ਚਾਹੀਦਾ। ਗੁਰੂ ਬਾਬਾ ਜੀ ਕਹਿੰਦੇ ਨੇ ਕਿ ਹੁੰਦਾ ਕੀ ਹੈ, ਫਿਰ ਬੰਦਾ ਜਿਹੜਾ ਨਾ ਬਾਹਰੋਂ ਭੇਖ ਕਰਦਾ, ਅਡੰਬਰ ਕਰਦਾ, ਦਿਖਾਵਾ ਕਰਦਾ। ਜਦੋਂ ਅੰਦਰੋਂ ਹੌਲੀ ਹੁੰਦੀ ਮਤ, ਅੰਦਰੋਂ ਉਹ ਗੁਣਾਂ ਤੋਂ ਹੀਣਾ ਹੁੰਦਾ,
ਬਾਹਰੋਂ ਫਿਰ ਦਿਖਾਵਾ ਕਰਕੇ ਉਹ ਸੋਚਦਾ ਹੈ ਕਿ ਇਹਦੇ ਨਾਲ ਹੀ ਮੇਰਾ ਬੁੱਤਾ ਸਰ ਜਾਏਗਾ। ਹੁਣ ਕੋਈ ਪਹਿਲਾਂ ਕੱਚੀਆਂ ਕੰਧਾਂ ਹੁੰਦੀਆਂ ਸਨ, ਆਪਾਂ ਦੇਖਦੇ ਹਾਂ ਕੱਚੀਆਂ ਕੰਧਾਂ ਦੇ ਨਾ ਲੇ ਉਖੜ ਜਾਂਦੇ ਸਨ, ਲੇ ਹੀ ਕਹਿੰਦੇ ਨੇ, ਖੜਾਪੜ ਜੇ ਬਾਹਰੋਂ ਲਾਹ ਜਾਂਦੇ ਸਨ। ਤੇ ਸਿਆਣੇ ਜਿਹੜੇ ਹੁੰਦੇ ਸਨ ਉਹ ਉਹਨਾਂ ਲਿਆਂ ਨੂੰ ਲਾਹ ਕੇ ਨਵੇਂ ਸਿਰੋਂ ਲਿੰਬਦੇ ਸਨ ਕੰਧਾਂ ਨੂੰ। ਤੇ ਜਿਹੜੇ ਸੁਸਤ ਜੇ ਬੰਦੇ ਨਾ ਉਹਨਾਂ ਲਿਆਂ ਤੇ ਮਿੱਟੀ ਲਾ ਦਿੰਦੇ ਨੇ, ਉਹਨਾਂ ਦੇ ਉੱਪਰ ਮਿੱਟੀ ਲਾ ਕੇ ਨਾ ਚੱਲ ਕੰਮ ਸਰ ਗਿਆ। ਉਹ ਫਿਰ ਕੀ ਹੁੰਦਾ, ਅੰਦਰੋਂ ਅੰਦਰੀ ਕੰਧ ਉਖੜਦੀ ਉਖੜੀ ਡਿੱਗ ਜਾਂਦੀ ਹੈ। ਉਹ ਧੋਖਾ ਹੈ। ਇਸੇ ਤਰੀਕੇ ਦੇ ਨਾਲ ਅੰਦਰੋਂ ਬੰਦਾ ਕਮਜ਼ੋਰ ਹੈ, ਬਾਹਰੋਂ ਅਡੰਬਰ ਕਰ ਰਿਹਾ ਹੈ, ਇਹ ਆਪਣੇ ਆਪ ਨਾਲ ਧੋਖਾ ਕਰ ਰਿਹਾ ਹੈ, ਸਮਾਜ ਨਾਲ ਤੇ ਕਰ ਹੀ ਰਿਹਾ ਹੈ। ਜਦੋਂ ਅਸੀਂ ਦੂਜਿਆਂ ਨਾਲ ਬੇਈਮਾਨੀ ਕਰਦੇ ਹਾਂ, ਦੂਜਿਆਂ ਨਾਲ ਨਹੀਂ ਆਪਣੇ ਨਾਲ ਵੀ ਬੇਈਮਾਨੀ ਕਰਦੇ ਹਾਂ। ਜਦੋਂ ਅਸੀਂ ਦੂਜਿਆਂ ਨੂੰ ਧੋਖਾ ਦਿੰਦੇ ਹਾਂ, ਦੂਜਿਆਂ ਨੂੰ ਨਹੀਂ ਆਪਣੇ ਆਪ ਨੂੰ ਵੀ ਧੋਖਾ ਦੇ ਰਹੇ ਹਾਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਇਹ ਜਿਹੜਾ ਅਡੰਬਰ ਹੈ ਨਾ, ਇਹ ਮਨੁੱਖ ਨੂੰ ਸੁਖੀ ਨਹੀਂ ਕਰ ਸਕਦਾ, ਮਨੁੱਖ ਨੂੰ ਜ਼ਿੰਦਗੀ ਅੰਦਰ ਸੁਖ ਸ਼ਾਂਤੀ ਨਹੀਂ ਦੇ ਸਕਦਾ। ਅਨਕ ਭੇਖ ਬਹੁ ਜੋਰੀ, ਟੂਟਤ ਬਾਹਰ ਨਾ ਲਾਗੇ, ਤਾਂ ਕੋ ਜਿਉ ਗਾਗਰ ਜਲ ਫੋਰੀ। ਤੇ ਜੋ ਕੁਝ ਅਸੀਂ ਦਿਖਾਵਾ ਕਰਕੇ ਪ੍ਰਾਪਤ ਕਰਨਾ ਚਾਹੁੰਦੇ ਹਾਂ, ਅਡੰਬਰ ਕਰਕੇ, ਅੰਦਰੋਂ ਕੁਝ ਹੋਰ ਆ ਬਾਹਰੋਂ ਕੁਝ ਹੋਰ ਬਣ ਕੇ ਅਸੀਂ ਜੋ ਕੁਝ ਵੀ ਕਰਨਾ ਚਾਹੁੰਦੇ ਹਾਂ, ਮੰਨ ਲਓ ਜੇ ਹੋ ਵੀ ਜਾਏਗਾ ਤੇ ਉਹਨੂੰ ਟੁੱਟਦਿਆਂ ਕੋਈ ਚਿਰ ਨਹੀਂ ਲੱਗਣਾ, ਉਹ ਅਸੀਂ ਜਾਲ 'ਚ ਹੋਰ ਫਸ ਜਾਵਾਂਗੇ। ਆਪਾਂ ਦੇਖਦੇ ਹਾਂ ਜਿਉਂ-ਜਿਉਂ ਸਾਡੇ ਮੁਲਕ ਦੇ ਆਗੂ, ਸਟੇਟ ਦੇ ਆਗੂ ਮਨੁੱਖੀ ਸਮਾਜ ਨੂੰ, ਲੋਕਾਂ ਨੂੰ ਲਾਰੇ ਲਾਉਂਦੇ ਨੇ, ਅਸੀਂ 5 ਸਾਲਾਂ ਚਾਹ ਕਰਾਂਗੇ, ਉਹਨੇ ਫਸਦੇ ਚਲੇ ਜਾਂਦੇ। ਇਹਨਾਂ ਕੋਲ ਨਿਕਲਣ ਦਾ ਰਸਤਾ ਨਹੀਂ ਰਹਿਣਾ। ਲੋਕਾਂ ਨੇ ਕੁੱਟਿਆ ਕਰਨਾ ਫੜ ਕੇ ਇਹਨਾਂ ਨੂੰ, ਸ਼ੁਰੂ ਹੋ ਹੀ ਗਏ ਨੇ। ਦੁਨੀਆ ਕਿੰਨਾ ਕੁ ਚਿਰ ਸੁੱਤੀ ਰਹੇਗੀ। ਆਖਰ ਪ੍ਰੈਸ਼ਰ ਕੁੱਕਰ ਹੁੰਦਾ ਨਾ, ਪ੍ਰੈਸ਼ਰ ਕੁੱਕਰ, ਉਹਦੇ ਚੋਂ ਬਾਹਰ ਹਵਾ ਨਿਕਲਣ ਦੇ ਲਈ ਵਿੱਚ ਕੋਈ ਨਾ ਕੋਈ ਸੁਰਾਖ ਹੁੰਦਾ। ਜਦੋਂ ਤੁਸੀਂ ਉਹਨੂੰ ਬੰਦ ਕਰ ਦਿਓਗੇ ਫਿਰ ਫਟੇਗਾ ਹੀ, ਹੋਰ ਕੀ ਹੋਏਗਾ। ਉਹ ਇਸ ਵੇਲੇ ਸਮਾਜ ਜਿਹੜਾ ਨਾ ਫਟਣ ਦੇ ਕਿਨਾਰੇ ਤੇ ਆ ਗਿਆ। ਆ ਜਿਹੜਾ ਪਿੰਡਾਂ 'ਚ ਲੀਡਰਾਂ ਨੂੰ ਵੰਡ ਨਹੀਂ ਦਿੰਦੇ, ਪਿੰਡਾਂ 'ਚ ਕੁੱਟਦੇ ਨੇ ਜਾਂ ਉਹਨਾਂ ਨੂੰ ਮਾੜਾ ਕਹਿੰਦੇ ਨੇ, ਇਹ ਅੰਦਰ ਇੱਕ ਉਬਾਲ ਭਰਿਆ ਪਿਆ ਲੋਕਾਂ ਦੇ, ਦੁਖੀ ਨੇ ਲੋਕ। ਦੇਖੋ ਜੋ ਰੱਬ ਨੇ ਅੰਦਰ ਜਜ਼ਬਾ ਭਰਿਆ ਉਹ ਤੇ ਖਤਮ ਨਹੀਂ ਹੋਣਾ, ਜੋ ਅੰਦਰ ਜਿਉਣ ਦੀ ਤਾਂਘ ਹੈ ਉਹ ਤੇ ਮਿਟਣੀ ਨਹੀਂ ਹੈ, ਉਹ ਤੇ ਰੱਬ ਨੇ ਭਰੀ ਪਈ ਹੈ, ਉਹਨੂੰ ਤੁਸੀਂ ਖਤਮ ਨਹੀਂ ਕਰ ਸਕਦੇ। ਭਾਵੇਂ ਤੁਸੀਂ ਨਸ਼ਿਆਂ ਤੇ ਲਾ ਲਓ, ਭਾਵੇਂ ਤੁਸੀਂ ਝੂਠੇ ਲਾਰੇ ਲਾ ਲਓ, ਉਹ ਜਿਉਣ ਦੀ ਤਾਂਘ, ਅੱਗੇ ਵਧਣ ਦੀ ਤਾਂਘ ਨੂੰ ਕੋਈ ਖਤਮ ਨਹੀਂ ਕਰ ਸਕਦਾ। ਤੇ ਜਦੋਂ ਤੁਸੀਂ ਉਹਨੂੰ ਝੂਠੇ ਲਾਰੇ ਲਾ ਕੇ ਜੇ ਉਹ ਕਰਕੇ ਸ਼ਾਂਤ ਕਰਨ ਦਾ, ਟਿਕਾਉਣ ਦਾ ਯਤਨ ਕਰੋਗੇ, ਬੰਦ ਕਰਨ ਦਾ ਯਤਨ ਕਰੋਗੇ, ਤੇ ਫਿਰ ਹੋਏਗਾ ਕਿ ਉਹ ਫਟੇਗਾ। ਉਹ ਫਟਣ ਤੋਂ ਬਾਅਦ ਕੀ ਹੋਏਗਾ? ਬੜੀ ਸੋਹਣੀ ਗੱਲ ਇੱਕ ਕਨਫਿਊਸ਼ਸ ਨੇ ਲਿਖੀ ਕਿ ਇੱਕ ਚੰਗੀ ਹਕੂਮਤ ਜਿਹੜੀ ਹੈ, ਜਾਂ ਚੰਗੀ ਜਿਹੜੇ ਆਪਾਂ ਹਾਕਮ ਕਹਿੰਦੇ ਆ, ਜਾਂ ਸਮਾਜ ਜਿਹੜਾ ਹੈ, ਉਹਦੇ 'ਚ ਕਿਹੜੀਆਂ ਗੱਲਾਂ ਲੋੜੀਂਦੀਆਂ ਨੇ, ਕਿਹੜੀਆਂ ਗੱਲਾਂ ਲੋੜੀਂਦੀਆਂ ਨੇ। ਉਹਨੇ ਗੱਲ ਕੀ, ਸਭ ਤੋਂ ਪਹਿਲਾਂ ਭੋਜਨ, ਬਹੁਤ ਰਜਵਾਂ ਭੋਜਨ ਮਿਲਣਾ ਚਾਹੀਦਾ ਹੈ, ਬੜਾ ਲੋੜੀਂਦਾ ਹੈ। ਦੂਜੀ ਗੱਲ, ਮੁਲਕ ਦੀ ਸੁਰੱਖਿਅਤ ਦਾ ਲਈ ਚੰਗੇ ਹਥਿਆਰ ਹੋਣੇ ਚਾਹੀਦੇ ਨੇ, ਬੜੀ ਲੋੜੀਂਦੀ ਗੱਲ ਹੈ। ਤੀਜੀ ਗੱਲ ਕਿ ਪ੍ਰਜਾ ਦਾ ਹਾਕਮਾਂ ਦੇ ਪ੍ਰਤੀ ਵਿਸ਼ਵਾਸ ਹੋਣਾ ਚਾਹੀਦਾ, ਪ੍ਰਜਾ ਦੇ ਮਨ 'ਚ ਹਾਕਮਾਂ ਦੇ ਪ੍ਰਤੀ ਵਿਸ਼ਵਾਸ ਹੋਣਾ ਚਾਹੀਦਾ। ਇਹ ਤਿੰਨ ਗੱਲਾਂ, ਭੋਜਨ, ਦੂਜਾ ਡਿਫੈਂਸਲੀ ਹਥਿਆਰ, ਤੀਜਾ ਪ੍ਰਜਾ ਦਾ ਮਨ ਵਿੱਚ ਆਪਣੇ ਹਾਕਮਾਂ ਦੇ ਪ੍ਰਤੀ ਵਿਸ਼ਵਾਸ ਤੇ ਸਤਿਕਾਰ, ਇਹ ਹੋਣਾ ਚਾਹੀਦਾ। ਉਹਨੂੰ ਆਪਾਂ ਵਧੀਆ ਇੱਕ ਰਾਜ ਕਹਿ ਸਕਦੇ ਹਾਂ। ਸਵਾਲ ਕਰਨ ਵਾਲਾ ਕਹਿੰਦਾ ਕਿ ਜੇ ਇਹਨਾਂ ਤਿੰਨਾਂ 'ਚੋਂ ਇੱਕ ਹਟਾਉਣਾ ਪੈ ਜੇ ਤੇ ਕਿਹੜਾ ਹਟਾਓਗੇ? ਕਹਿੰਦਾ ਹਥਿਆਰ ਹਟਾ ਦਿਓ, ਭੋਜਨ ਰਜਵਾ ਮਿਲਣਾ ਚਾਹੀਦਾ ਹੈ, ਤੇ ਲੋਕਾਂ ਦਾ ਪ੍ਰਜਾ ਹਾਕਮਾਂ ਦੇ ਪ੍ਰਤੀ ਵਿਸ਼ਵਾਸ ਤੇ ਪਿਆਰ ਹੋਣਾ ਚਾਹੀਦਾ ਹੈ। ਸਵਾਲ ਕਰਨ ਵਾਲਾ ਕਹਿੰਦਾ ਜੇ ਇੱਕ ਹੋਰ ਹਟਾਉਣਾ ਪੈ ਜੇ, ਫਿਰ ਕਹਿੰਦਾ ਭੋਜਨ ਹਟਾ ਦਿਓ। ਉਹ ਕਹਿੰਦਾ ਕਿ ਭੋਜਨ ਤੋਂ ਬਿਨਾਂ ਦੁਨੀਆ ਭੁੱਖੀ ਨਹੀਂ ਮਰ ਜਾਏਗੀ। ਉਹ ਕਹਿੰਦਾ ਭੋਜਨ ਤੋਂ ਦੁਨੀਆ ਭੁੱਖੀ ਮਰੇਗੀ ਸਿਰਫ ਨਾ, ਕੋਈ ਗੱਲ ਨਹੀਂ, ਮਰਦੀ ਨਹੀਂ। ਪਰ ਜਦੋਂ ਪ੍ਰਜਾ ਦੇ ਮਨਾਂ ਚੋਂ ਹਾਕਮਾਂ ਦੇ ਪ੍ਰਤੀ ਵਿਸ਼ਵਾਸ ਤੇ ਪਿਆਰ ਖਤਮ ਹੋ ਗਿਆ, ਉਦੋਂ ਹਾਕਮ ਵੀ ਬਰਬਾਦ ਤੇ ਪ੍ਰਜਾ ਵੀ ਬਰਬਾਦ। ਸਾਡਾ ਸਮਾਜ ਇਸ ਪੱਧਰ ਤੇ ਪਹੁੰਚ ਗਿਆ ਕਿ ਪ੍ਰਜਾ ਦਾ ਹਾਕਮਾਂ ਦੇ ਪ੍ਰਤੀ ਵਿਸ਼ਵਾਸ ਹੀ ਨਹੀਂ ਰਿਹਾ, ਕਿ ਝੂਠ ਬੋਲਦੇ ਨੇ, ਔਰ ਧਰਮ ਦਾ ਆਸਰਾ ਲੈ ਕੇ ਝੂਠ ਬੋਲਦੇ ਨੇ, ਧਰਮ ਸਥਾਨਾਂ ਤੇ ਜਾ ਕੇ ਝੂਠ ਬੋਲਦੇ ਨੇ। ਇਸ ਕਰਕੇ ਫਿਰ ਜਦੋਂ ਇੱਥੋਂ ਤੱਕ ਮਨੁੱਖਤਾ ਦਾ ਪਾਰਾ ਪਹੁੰਚ ਜਾਏ, ਫਿਰ ਇਹ ਫਟਣ ਤੱਕ ਗੱਲ ਪਹੁੰਚ ਜਾਂਦੀ। ਸਤਿਗੁਰੂ ਸਾਹਿਬ ਜੀ ਕਹਿੰਦੇ ਭੇਖ ਕਰਕੇ, ਅਡੰਬਰ ਕਰਕੇ, ਬਾਹਰੋਂ ਦਿਖਾਵਾ ਕਰਕੇ ਜੋ ਕੁਝ ਤੁਸੀਂ ਕਰੋਗੇ, ਟੂਟਤ ਬਾਹਰ ਨਾ ਲਾਗੇ ਤਾਂ ਕਹੋ। ਉਹ ਕੁਝ ਜਿਹੜੀ ਤੁਸੀਂ ਵਿਉਂਤ ਬਣਾ ਲਓਗੇ ਅਡੰਬਰ ਕਰਕੇ, ਉਹਨੂੰ ਖਤਮ ਹੁੰਦਿਆਂ ਚਿਰ ਨਹੀਂ ਲੱਗਣਾ, ਉਹ ਬਰਬਾਦ ਹੋ ਜਾਏਗੀ। ਜਿਉਂ ਗਾਗਰ ਜਲ ਫੋਰੀ,
ਜਿਵੇਂ ਘੜੇ ਹੁੰਦੇ ਨੇ, ਘੜੇ ਦੇ ਵਿੱਚ ਪਾਣੀ ਹੈ ਤੇ ਘੜਾ ਟੁੱਟਦੇ ਤੇ ਪਾਣੀ ਖਿਲਰ ਜਾਂਦਾ ਹੈ, ਘੜਾ ਟੁੱਟਦੇ ਕੋਈ ਚਿਰ ਲੱਗਦਾ। ਇਸੇ ਤਰੀਕੇ ਦੇ ਨਾਲ ਜੋ ਤੁਸੀਂ ਅਡੰਬਰ ਕਰਕੇ ਲੋਕਾਂ 'ਚ ਆਪਣਾ ਆਪ ਪ੍ਰਭਾਵ ਪਾ ਲੈਂਦੇ ਹੋ, ਭਾਵੇਂ ਉਹ ਧਾਰਮਿਕ ਲੋਕ ਨੇ, ਭਾਵੇਂ ਉਹ ਰਾਜਨੀਤਿਕ ਲੋਕ ਨੇ, ਭਾਵੇਂ ਕੋਈ ਵੀ ਲੋਕ ਨੇ, ਜਿਹੜੇ ਅੰਦਰੋਂ ਕੁਝ ਹੋਰ ਨੇ ਬਾਹਰੋਂ ਕੁਝ ਹੋਰ ਨੇ, ਕੇਵਲ ਗੱਲਾਂ ਕਰਕੇ, ਕੇਵਲ ਅਡੰਬਰ ਕਰਕੇ, ਕੇਵਲ ਝੂਠੇ ਲਾਰੇ ਕਰਕੇ, ਕੇਵਲ ਭੇਖ ਕਰਕੇ, ਦਿਖਾਵਾ ਕਰਕੇ ਲੋਕਾਂ ਵਿੱਚ ਕੁਝ ਚਿਰ ਲਈ ਆਪਣਾ ਭਰਮ ਭਾਵ ਬਣਾ ਲੈਂਦੇ ਨੇ। ਸਤਿਗੁਰੂ ਜੀ ਕਹਿੰਦੇ ਨੂੰ ਟੁੱਟਦਿਆਂ ਕੋਈ ਚਿਰ ਨਹੀਂ ਲੱਗਦਾ। ਪਹਿਲਾਂ ਜੇ ਸੱਚ ਬੋਲਿਆ ਜਾਏ ਤੇ ਉਹਨਾਂ ਨੁਕਸਾਨ ਨਹੀਂ ਹੁੰਦਾ, ਲੇਕਿਨ ਜਦ ਝੂਠ ਬੋਲ ਬੋਲ ਕੇ ਆਪਣਾ ਪ੍ਰਭਾਵ ਪਾ ਲਿਆ, ਲੇਕਿਨ ਅੰਦਰੋਂ ਅਸੀਂ ਉਹ ਜਿਹੇ ਹੈ ਨਹੀਂ, ਉਹ ਕੁਝ ਕਰ ਨਹੀਂ ਸਕੇ, ਫਿਰ ਨੁਕਸਾਨ ਬਹੁਤਾ ਹੁੰਦਾ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਫਿਰ ਹਾਲਤ ਕੀ ਬਣਦੀ ਹੈ, ਜਿਉਂ ਗਾਗਰ ਜਲ ਫੋਰੀ, ਸਾਰਾ ਪਾਣੀ ਵੀ ਖਤਮ ਹੋ ਗਿਆ, ਗਾਗਰ ਵੀ ਟੁੱਟ ਗਈ। ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਕਹਿੰਦੇ ਹੁੰਦਾ ਕਦੋਂ, ਜਦੋਂ ਬੰਦਾ ਅੰਦਰੋਂ ਹੋਛਾ ਹੁੰਦਾ, ਅੰਦਰੋਂ ਨੀਵਾਂ ਹੁੰਦਾ। ਬਾਹਰੀ ਤੌਰ ਤੇ ਮਨੁੱਖ ਦੇ ਕੋਲ ਧਨ ਹੋਣਾ ਚਾਹੀਦਾ, ਧਨ ਸਾਡੀ ਜ਼ਿੰਦਗੀ ਦੀ ਲੋੜ ਹੈ। ਬਾਹਰੀ ਤੌਰ ਤੇ ਰਾਜਗੱਦੀਆਂ ਵੀ ਹੋਣੀਆਂ ਚਾਹੀਦੀਆਂ ਨੇ, ਇਹ ਮਨੁੱਖ ਦੇ ਲਈ ਬਣੀਆਂ ਹੋਈਆਂ ਨੇ, ਜ਼ਰੂਰੀ ਨੇ। ਲੇਕਿਨ ਜਿੰਨੇ ਵੱਡੇ ਰੁਤਬੇ ਨੇ ਉਹਨਾਂ ਮਨੁੱਖ ਅੰਦਰੋਂ ਵੀ ਵੱਡਾ ਹੋਣਾ ਚਾਹੀਦਾ। ਜਿੰਨੇ ਮਨੁੱਖ ਦੀ ਉੱਚੀ ਪਦਵੀ ਹੈ ਉਹਨਾਂ ਮਨੁੱਖ ਅੰਦਰੋਂ ਵੀ ਮਜ਼ਬੂਤ ਹੋਣਾ ਚਾਹੀਦਾ, ਅੰਦਰੋਂ ਵੀ ਉਹਨਾਂ ਗਿਆਨਵਾਨ ਹੋਣਾ ਚਾਹੀਦਾ। ਜਦੋਂ ਬੌਣੀ ਸੋਚ ਵਾਲੇ ਲੋਕ ਵੱਡੇ ਰੁਤਬਿਆਂ ਤੇ ਬੈਠ ਜਾਂਦੇ ਨੇ, ਵੱਡੀਆਂ ਪਦਵੀਆਂ ਤੇ ਬੈਠ ਜਾਂਦੇ ਨੇ, ਉਦੋਂ ਸਮਾਜ ਵੀ ਬਰਬਾਦ ਹੁੰਦਾ ਹੈ, ਉਹ ਲੋਕ ਵੀ ਬਰਬਾਦ ਹੁੰਦੇ ਨੇ, ਮੁਲਕ ਵੀ ਬਰਬਾਦ ਹੁੰਦਾ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਅੰਦਰੋਂ ਹੋਛੇ ਰਵਾਂਗੇ, ਬਾਹਰੋਂ ਕੀਤਾ ਦਿਖਾਵਾ ਸਾਨੂੰ ਸੁੱਖ ਨਹੀਂ ਦੇ ਸਕੇਗਾ, ਸਾਨੂੰ ਜ਼ਿੰਦਗੀ 'ਚ ਕਾਮਯਾਬੀ ਨਹੀਂ ਦੇ ਸਕੇਗਾ। ਤੇ ਜੇ ਅੰਦਰੋਂ ਅਸੀਂ ਮਹਾਨ ਬਣਨਾ ਚਾਹੁੰਦੇ ਹਾਂ, ਜੇ ਅੰਦਰੋਂ ਵੀ ਅਸੀਂ ਤਗੜੇ ਬਣਨਾ ਚਾਹੁੰਦੇ ਹਾਂ, ਦੇਖੋ ਨਾ ਬਾਹਰੋਂ ਤਗੜਿਆਂ ਬਣਨ ਦੇ ਲਈ ਅਸੀਂ ਕਹਿੰਦੇ ਐਜੂਕੇਸ਼ਨ ਹੋਣੀ ਚਾਹੀਦੀ ਹੈ, ਜ਼ਰੂਰੀ ਹੈ ਐਜੂਕੇਸ਼ਨ। ਜੇ ਅਸੀਂ ਇਸ ਧਰਤੀ ਤੇ ਰਹਿਣਾ ਤੇ ਐਜੂਕੇਸ਼ਨ ਬਹੁਤ ਜ਼ਰੂਰੀ ਹੈ, ਜਾਣਕਾਰੀ ਹੋਣੀ ਚਾਹੀਦੀ ਹੈ। ਉਹਦੇ ਲਈ ਅਸੀਂ ਚੰਗੇ ਸਕੂਲਾਂ ਕਾਲਜਾਂ 'ਚ ਜਾਂਦੇ ਹਾਂ, ਇਹ ਬਹੁਤ ਹੀ ਚੰਗੀ ਗੱਲ ਹੈ। ਕਿਸੇ ਆਦਰਸ਼ਕ ਸਮਾਜ ਦੀ ਇਹ ਪਹਿਚਾਣ ਹੁੰਦੀ ਹੈ ਕਿ ਉਸ ਸਮਾਜ ਕਿੰਨੇ ਕਾਲਜ ਨੇ, ਕਿੰਨੇ ਵਧੀਆ ਸਕੂਲ ਨੇ, ਕਿੰਨੀਆਂ ਵਧੀਆ ਯੂਨੀਵਰਸਿਟੀਆਂ ਨੇ। ਤੇ ਇਹ ਵੀ ਪਹਿਚਾਣ ਹੁੰਦੀ ਹੈ ਖੁਸ਼ਹਾਲ ਸਟੇਟ ਦੀ ਕਿ ਉਹ ਯੂਨੀਵਰਸਿਟੀਆਂ 'ਚ ਪੜ੍ਹਾਉਣ ਵਾਲੇ ਟੀਚਰਾਂ ਨੂੰ ਤਨਖਾਹਾਂ ਕਿੰਨੀਆਂ ਕੁ ਮਿਲ ਰਹੀਆਂ ਨੇ, ਟੀਚਰ ਕਿੰਨੇ ਕੁ ਸੜਕਾਂ 'ਤੇ ਫਿਰ ਰਹੇ ਨੇ, ਡਾਕਟਰ ਕਿੰਨੇ ਕੁ ਸੜਕਾਂ 'ਤੇ ਫਿਰ ਰਹੇ ਨੇ, ਕਿੰਨੇ ਕੁ ਡਾਕਟਰ ਵਧੀਆ ਕੰਮ ਕਰ ਰਹੇ ਨੇ। ਕਿਸੇ ਤੁਸੀਂ ਮੁਲਕ ਨੂੰ ਜਦੋਂ ਦੇਖਣਾ ਹੋਏ ਨਾ ਕਿ ਕਿੰਨਾ ਕੁ ਖੁਸ਼ਹਾਲ ਹੈ, ਉਹਦੇ ਹਸਪਤਾਲਾਂ ਤੋਂ, ਉਹਦੇ ਸਕੂਲਾਂ ਤੋਂ, ਉਹਦੇ ਡਾਕਟਰਾਂ ਤੋਂ ਪਤਾ ਲੱਗੇਗਾ। ਲੇਕਿਨ ਜਦੋਂ ਅਸੀਂ ਆਪਣੇ ਮੁਲਕ ਦੇ ਅੰਦਰ ਇਸ ਗੱਲ ਦਾ ਵਿਸ਼ਲੇਸ਼ਣ ਕਰਦੇ ਹਾਂ, ਇਸ ਪੱਖ ਤੋਂ ਅਸੀਂ ਬਹੁਤ ਉੱਚੇ ਨਹੀਂ ਉੱਠ ਸਕੇ। ਉੱਠਣਾ ਚਾਹੀਦਾ ਸੀ, ਉੱਠਣ ਵੱਲ ਧਿਆਨ ਦੇਣਾ ਚਾਹੀਦਾ। ਜਿੰਨੇ ਸਾਡੇ ਵਧੀਆ ਸਕੂਲ ਹੋਣਗੇ, ਵਧੀਆ ਯੂਨੀਵਰਸਿਟੀਆਂ ਹੋਣਗੀਆਂ, ਜਿੰਨੇ ਵਧੀਆ ਸਾਡੇ ਹਸਪਤਾਲ ਹੋਣਗੇ, ਉਹਨਾਂ ਸਾਡਾ ਸਮਾਜ ਵਧੀਆ ਹੋਏਗਾ, ਤੰਦਰੁਸਤ ਹੋਏਗਾ, ਖੁਸ਼ਹਾਲ ਹੋਵੇਗਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇ ਅਸੀਂ ਜ਼ਿੰਦਗੀ ਅੰਦਰ ਉੱਚੇ ਉੱਠਣਾ ਚਾਹੁੰਦੇ, ਜਿਵੇਂ ਬਾਹਰੀ ਤੌਰ ਤੇ ਉੱਚੇ ਉੱਚੇ ਉੱਠਦੇ ਹਾਂ, ਚੰਗੀ ਗੱਲ ਹੈ, ਪਰ ਬਾਹਰੋਂ ਦੇਖੋ ਨਾ, ਤੁਸੀਂ ਰੇਤ ਦੀ ਕੰਧ ਹੀ ਖੜੀ ਕਰ ਲਓ ਬਹੁਤ ਉੱਚੀ, ਉਹ ਤੇ ਕਾਇਮ ਨਹੀਂ ਰਹੇਗੀ। ਉਹ ਉਹਦੇ ਅੰਦਰ ਸੀਮਟ ਵੀ ਹੋਣਾ ਚਾਹੀਦਾ, ਬਕਾਇਦਾ ਜਿੰਨਾ ਲੋਹੇ ਦੀ ਮਾਤਰਾ ਉਹ ਵੀ ਹੋਣੀ ਚਾਹੀਦੀ, ਫਿਰ ਤੇ ਉਹ ਮਹੱਲ ਮਜ਼ਬੂਤ ਬਣੇਗਾ ਨਾ। ਇਵੇਂ ਬਾਹਰੋਂ ਜੋ ਕੁਝ ਅਸੀਂ ਕਰਦੇ ਹਾਂ, ਉਹਦੇ ਨਾਲ ਨਾਲ ਅਸੀਂ ਅੰਦਰੋਂ ਵੀ ਉਹਨੇ ਮਜ਼ਬੂਤ ਹੋਈਏ, ਅੰਦਰੋਂ ਉਹਨੇ ਦਿਆਲੂ ਹੋਈਏ, ਅੰਦਰੋਂ ਉਹਦੇ ਦ੍ਰਿੜ ਹੋਈਏ, ਅੰਦਰ ਸਾਡੇ ਅੰਦਰ ਕੌਨਫੀਡੈਂਸ ਹੋਏ, ਭਰੋਸਾ ਹੋਵੇ, ਉਹਨਾਂ ਮਨੁੱਖਤਾ ਲਈ ਪਿਆਰ ਹੋਵੇ। ਪਰ ਇਹ ਗੁਣ ਕਿੱਥੋਂ ਆਉਣਾ? ਸਤਿਗੁਰੂ ਜੀ ਕਹਿੰਦੇ ਇਹ ਗੁਣ ਆਉਣਗੇ ਜਦੋਂ ਅਸੀਂ ਪਰਮਾਤਮਾ ਦੇ ਭਾਵ ਵਿੱਚ ਵਿਚਰਾਂਗੇ, ਪਰਮਾਤਮਾ ਦੇ ਪਿਆਰ ਵਿੱਚ ਵਿਚਰਾਂਗੇ। ਤੇ ਉਹਦੇ ਲਈ ਸਤਿਗੁਰੂ ਕਹਿੰਦੇ ਅਰਦਾਸ ਕਰੀਏ ਕਿ ਕਰ ਕਿਰਪਾ ਭਗਤ ਰਸ ਦੀਜੈ, ਮਨ ਖਚਤ ਪ੍ਰੇਮ ਰਸ ਖੋਰੀ। हे ਵਾਹਿਗੁਰੂ ਜੀਓ, ਦਇਆ ਦ੍ਰਿਸ਼ਟੀ ਕਰੋ, ਮੈਨੂੰ ਆਪਣੇ ਦਰ ਤੋਂ ਭਗਤੀ ਦਾ ਰਸ ਦਿਓ, ਭਾਵ ਕਿ ਤੁਹਾਡੇ ਨਾਮ ਦਾ ਰਸ ਵੀ ਮੈਨੂੰ ਆਏ। ਜਿਵੇਂ ਮੈਨੂੰ ਬਾਹਰਲੇ ਪਦਾਰਥਾਂ ਦਾ ਰਸ ਹੈ, ਬਾਹਰਲੀ ਤਾਕਤ ਦਾ ਰਸ ਹੈ, ਮਹਾਰਾਜ ਜੀ ਤੁਹਾਡੇ ਨਾਮ ਦਾ ਰਸ ਆਏ। ਮਨ ਖਚਤ ਪ੍ਰੇਮ ਰਸ ਖੋਰੀ, ਤੇ ਮੇਰਾ ਮਨ ਜਿਹੜਾ ਹੈ ਨਾ, ਉਹ ਤੁਹਾਡੇ ਪਿਆਰ ਦੇ ਰਸ ਵਿੱਚ ਖਚਤ ਹੋ ਜਾਏ, ਲਿਵਲੀਨ ਹੋ ਜਾਏ, ਅਪੇਦ ਹੋ ਜਾਏ, ਤੁਹਾਡੇ ਪਿਆਰ ਦੇ ਰਸ ਨੂੰ ਮਾਣੇ। ਇਹ ਮੇਰੇ ਤੇ ਦਾਤ ਦੇ ਦਿਓ। ਕਿਉਂਕਿ ਜਦੋਂ ਬੰਦਾ ਅੰਦਰੋਂ ਵੀ ਪਰਮਾਤਮਾ ਦੀ ਪਹੁੰਚ ਵਿਚਰਦਾ ਹੈ, ਉਹ ਜਿੰਨੇ ਮਰਜ਼ੀ ਵੱਡੇ ਰੁਤਬੇ ਤੇ ਚਲਿਆ ਜਾਏ, ਉਹ ਕਦੀ ਕਿਸੇ ਨਾਲ ਅਨਿਆਂ ਨਹੀਂ ਕਰੇਗਾ, ਕਦੀ ਕਿਸੇ ਨਾਲ ਧੱਕਾ ਨਹੀਂ ਕਰੇਗਾ, ਔਰ ਕਦੀ ਕਿਸੇ ਨਾਲ ਨਜਾਇਜ਼ ਨਹੀਂ ਕਰੇਗਾ। ਇਹ ਗੁਰੂ ਬਾਬਾ ਜੀ ਕਹਿੰਦੇ ਜੇ ਆਪਾਂ ਦੇਖੋ, ਇਹ ਬਾਹਰਲੇ ਜਿੰਨੇ ਰੁਤਬੇ ਨੇ, ਪਦਾਰਥ ਨੇ, ਵਸਤੂਆਂ ਨੇ, ਇਹ ਸਾਡੇ ਸੁੱਖ ਲਈ ਨੇ, ਜ਼ਰੂਰੀ ਨੇ।
पर जे इन्हां ते बैठ के भी सानू सुख ना मिलिया, असी बेचैन रहे, परेशान रहे, एवें दवाइयां खा खा के दिन कड्ढे, तो फिर इन्हां दा फायदा ही की है? ये तो साडे सगों होर दुखां रोगां दा कारण बन गए। रुतबे माड़े नहीं है, रुतबे होने चाहिए ने। हर मनुख का अधिकार है वो रुतबियां ते बैठे, लेकिन इन्हां रुतबियां दी जे मौज नूं मनना है तो फिर आप उन्नी अंदरों भी मजबूत होइए। देखो ना, कार चलाउण लई ड्राइवर की सीट पर बंदा बह जाए तो उन्होंने ड्राइवरी आउंदी ना होए, तो की आनंद बनेगा कार का? उन्होंने ड्राइवरी तो आउंदी नहीं है, वो फिर की एवें किते ना किते टक्कर मार देवेगा, आप भी मरेगा, दूजिया नूं मारेगा। इवें रुतबियां ते बैठ के आनंद उदों है जो असी अंदरों भी मजबूत होवांगे, अंदर साडे संतोख होएगा। ये नहीं कि रुतबे ते बैठ के लुट लो 5 साल, मुड़ के वारी नहीं आउणी। यही कुछ हुंदा है ना साडे समाज के अंदर। 5 साल ने हुण फिर देखी जाऊगी, 5 सालों ते लाह खट लो जिन्ना खटिया जांदा है। अंदर संतोख होए, अंदर एक खिच होए कि इन्हां 5 सालों च मैं लोगों का प्यार इन्हां को लेना है कि दुनिया मैनूं अपने आप ही लियाए, वोटां लई पैसे ही ना देने पैण, मैं लोगों की सेवा ही इन्नी करनी, काम इन्ने करने हैं कि दुनिया अपने आप लिया। बहुत सारे हैगे ने इहो जिहे लोग जिन्होंने समाज में अपनी थां इहो जी बनाई है कि उन्होंने हरा ही नहीं कोई सकता, उन्हों का मुकाबला ही कोई नहीं कर सकता। इस करके रुतबे जरूरी ने, पर रुतबियां ते बैठ के एक परमात्मा मौका दिंदा है कि असी इन्हां रुतबियां ते बैठ के मनुखता की इन्नी को प्रसन्नता लै लीए, लोगों के दिलों के राजे बन जाइए। आपां लोग सानू अपनी अखां ते बिठाउण, ये नहीं कि लोग सानू देख के ते अगे साडे रस्ते बंद करने शुरू कर देना, कालियां झंडियां दिखाउणियां शुरू करना। इहो जिहियां रुतबियां नूं करना ही की है जिन्हां रुतबियां ते बैठ के सानू दुनिया लानतां पाउंदी है, जां दुनिया सानू देखना ही नहीं चाहुंदी। जिस मुल्क दे आगूआं नूं, हाकमां नूं दुनिया देखना नहीं चाहुंदी, जां देखण नहीं दिता जांदा, वो हाकम ही काहदे ने? देखो ना, हाकम ने किते आउणा हुंदा, पहलां लोकां नूं कुट कटा के पुलिस दे नाल लांभे कर दिता जांदा है, उदों बाद हाकम झंडे चलाउंदे ने, चोरी चोरी आके चला के भज जांदे ने। इन्हां दा अर्थ की होया इन्हां चीज़ां दा? मतलब कि ये अपना समाज जिहड़ा ना, ये काफ़ी निगर चुका है। गुरु बाबा जी कहंदे ने कि जे अंदरों आपां तगड़े होना चाहुंदे आ, रुतबे जरूरी ने, ये सब कुछ जरूरी है, पर इन्हां ते अंदरों तगड़े होके बैठांगे, इन्हां दा आनंद आएगा। उहदे लई जरूरी है कि परमात्मा दे चरणां 'च अरदास करिए कि वाहिगुरू जी कर किरपा भगत रस दीजै, मैनू अपने दर तो भगती दा रस भी दिओ, नाम दा रस दिओ। मन खचत प्रेम रस खोरी, वाहिगुरू जी मेरा मन तुहाडे प्यार रस विच ऐन खचत हो जाए, लिवलीन हो जाए। नानक दास तेरी सरणाई, प्रभ बिन आन न होरी। वाहिगुरू जी ये नानक दास तुहाडी शरण च आ गया ते तुहाडे तो बिना होर मेरा कोई आसरा नहीं है, किसे पास नहीं मैं जाता। वाहिगुरू जी पाएंगे जब ते तुमरे तब ते को आँख तरे नहीं आन्यो, राम रहीम पुराण कुरान अनेक कहे मत एक न मान्यो। जदों दा तुहाडा आसरा लै ला मैं किसी नूं आखे हेठ ही नहीं लियाउंदा, तुहाडे आसरे ते मैं धरती ते जीउ रहा, तुसीं मैनूं सब को दे रहे हो। हे वाहिगुरू जी तुमरी शरण तुम्हारी आसा, तुम ही सज्जन सुहेले, तुसीं मेरे मित्र हो, सुख देण वाले सुखदाई मित्र, तुहाडी ही शरण है कि तुहाडी कृपा सदका मैं इस धरती ते जीउ रहा। गुरु बाबा जी कहंदे कि जदों वाहिगुरू जी की शरण च डिग पवांगे, जदों असीं परमात्मा तो बिना होर किसे पासे नहीं जावांगे। परमात्मा ते अपने प्यारे नूं वडियाइयां देणियां चाहुंदा है, परमात्मा ते अपने प्यारे नूं सुख देना चाहुंदा है। परमात्मा दे प्यारिਆਂ नूं वडियाई मिले, ये वडियाई परमात्मा दी है। परमात्मा दे प्यारिਆਂ नूं सुख मिले, ये सुख परमात्मा दा है। गुरु के पावन बचन रोज चेते करदे, संतन दुख पाए ते दुखी, सुख पाए साधन के सुखी। धन गुरु अर्जन साहब जी ने मुख वाग की आरंभता इत्थों शुरू की सी कि हर के नामहीन मत थोरी। जदों असी परमात्मा नूं भुला दिंदे आ ना, उदों साडी अंदरों मत जिहड़ी है ना, वो थोड़ी थोड़ी निकम्मी होई चली जाती है, थोड़ी हो जाती, भाव कमज़ोर हो जाती, अंदरों असी कमज़ोर हो जाते हैं। इस करके ज्यों ज्यों परमात्मा के प्यार जुड़ते हैं त्यों तो साडी मत उच्ची उठती चली जाती है। असी रोज़ अरदास करते, सिखां दा मन नीवा मत उच्ची, मत दा राखा आप वाहिगुरू। वो उच्ची मत तां आएगी जे साडी सोच उच्ची होएगी। देखो ना, जिहो जे असी सोचांगे, जिन्हां लोगां कोल बैठांगे, जिन्होंने असी अपनी जिंदगी दे विच आसरा बनावांगे, ओहो जी साडी मत होएगी।
ਤੇ ਜੇ ਅਸੀਂ ਸਭ ਤੋਂ ਮਹਾਨ ਜੋ ਪ੍ਰਮਾਤਮਾ ਹੈ ਉਹਨੂੰ ਆਪਣਾ ਆਸਰਾ ਬਣਾ ਲਿਆ ਤੇ ਸਾਡੀ ਮੱਤ ਉਨੀ ਉੱਚੀ ਉੱਠ ਜਾਏਗੀ ਨਾ ਜਿੱਡਾ ਵੱਡਾ ਪ੍ਰਮਾਤਮਾ ਹੈ, ਸਾਡੀ ਮੱਤ ਉਹੋ ਜੀ ਬਣ ਜਾਏਗੀ। ਇਸ ਕਰਕੇ ਗੁਰਬਾਣੀ ਨੇ ਕਿਹਾ ਕਿ ਜ਼ਿੰਦਗੀ ਅੰਦਰ ਜੇ ਸੁੱਖ ਚਾਹੁੰਦੇ ਹੋ ਤੇ ਕੇਵਲ ਤਾਂ ਕੇਵਲ ਇੱਕ ਪਰਮਾਤਮਾ ਦੇ ਪਿਆਰ ਵਿੱਚ ਜੁੜੋ। ਪਰਮਾਤਮਾ ਦੇ ਪਿਆਰ ਜੁੜਨ ਦਾ ਅਰਥ ਇਹ ਨਹੀਂ ਕਿ ਦੁਨੀਆ ਨਾਲੋਂ ਟੁੱਟਣਾ ਹੈ ਜਾਂ ਕੰਮਕਾਰ ਛੱਡ ਦੇਣਾ ਹੈ ਜਾਂ ਆਪਾਂ ਦੁਨੀਆ ਵੱਲੋਂ ਨਿਕੰਮੇ ਹੋ ਜਾਣਾ। ਪਰਮਾਤਮਾ ਦੇ ਪਿਆਰ ਜੁੜਨ ਵਾਲਾ ਤਾਂ ਸਗੋਂ ਕੰਮ ਹੀ ਬਹੁਤ ਜ਼ਿਆਦਾ ਕਰਦਾ ਹੈ, ਉਹ ਤੇ ਮਨੁੱਖਤਾ ਦੀ ਸੇਵਾ ਬੜੀ ਕਰਦਾ। ਠੀਕ ਹੈ, ਸਾਡੇ ਕੰਮਕਾਰ ਚੱਲਦੇ ਨੇ, ਨੌਕਰ ਚਾਕਰ ਕਰਦੇ ਨੇ ਜਾਂ ਸਾਡੇ ਕੋਲ ਪੈਸਾ ਬਹੁਤ ਹੈ, ਲੋੜ ਨਹੀਂ ਕਰਨ ਦੀ, ਲੇਕਿਨ ਬਹੁਤ ਕੰਮ ਨੇ ਧਰਤੀ ਤੇ ਕਰਨ ਵਾਲੇ, ਸਮਾਜ ਦੇ ਵਿੱਚ ਬਹੁਤ ਕੰਮ ਨੇ ਕਰਨ ਵਾਲੇ। ਸਮਾਜ ਨੂੰ ਲੋੜ ਹੈ ਕੰਮ ਕਰਨ ਵਾਲਿਆਂ ਦੀ। ਆਪਾਂ ਆਪਣਾ ਥੋੜ੍ਹਾ ਥੋੜ੍ਹਾ ਟਾਈਮ ਕੱਢ ਕੇ ਜਦੋਂ ਸਮਾਜ ਦੇ ਕੰਮ ਕਰਾਂਗੇ ਨਾ, ਸਮਝੋ ਕਿ ਇਹ ਵੀ ਸਾਡੀ ਇਨਵੈਸਟਮੈਂਟ ਹੀ ਹੋ ਰਹੀ ਹੈ, ਇਹ ਵੀ ਸਾਡਾ ਇੱਕ ਬੈਲੈਂਸ ਜਮ੍ਹਾਂ ਹੋ ਰਿਹਾ ਹੈ। ਇਸ ਬੈਲੈਂਸ ਨੂੰ ਵੀ ਕਾਇਮ ਰੱਖੀਏ। ਜਿਹੜੇ ਖੁਸ਼ਹਾਲ ਮੁਲਕ ਨੇ ਨਾ, ਉਹਨਾਂ ਦੀਆਂ ਦੇਖੋ ਐਗਜ਼ੈਂਪਲਾਂ ਅਕਸਰ ਆਪਾਂ ਸਾਂਝੀਆਂ ਕਰਦੇ ਹਾਂ। ਉੱਥੇ ਦੇਖੋ ਜਦੋਂ ਟਾਈਮ ਹੁੰਦਾ ਨਾ, ਕੋਈ ਪਾਰਕਾਂ ਜਾ ਕੇ ਸੇਵਾ ਕਰ ਰਿਹਾ ਹੈ, ਕੋਈ ਕਿਤੇ ਵਿਹਲੀ ਥਾਂ 'ਤੇ ਜਾ ਕੇ ਉੱਥੋਂ ਕੱਖ ਕਾਂ ਚੁਗੀ ਚਲਿਆ ਜਾ ਰਿਹਾ ਹੈ। ਇਹ ਹੁੰਦਾ ਮੁਲਕ ਦੇ ਪ੍ਰਤੀ ਪਿਆਰ। ਤੇ ਸਾਡੇ ਲੋਕ ਨਹਿਰੇ ਜਾਂਦੇ ਆ, ਨਹਿਰ 'ਚ ਗੰਦ ਪਾਈ ਚਲੇ ਜਾਂਦੇ ਨੇ। ਪੜ੍ਹੇ ਲਿਖੇ ਲੋਕ, ਬੜੀ ਮਹਿੰਗੀ ਗੱਡੀ ਹੁੰਦੀ ਹੈ ਨਾ, ਦੇਖ ਲਿਓ ਨਹਿਰ 'ਤੇ ਜਾ ਕੇ ਜਾਂ ਦਰਿਆ 'ਤੇ ਜਾ ਕੇ, ਬੜੀ ਮਹਿੰਗੀ ਗੱਡੀ ਵਿੱਚੋਂ ਸੂਟਰ ਬੂਟਰ ਆਦਮੀ ਨਿਕਲਦਾ ਤੇ ਗੰਦ ਦਰਿਆ ਸੁੱਟੀ ਚਲਿਆ ਜਾਂਦਾ। ਉਹ ਗੰਦ ਸਾਡੇ ਦਿਮਾਗ 'ਚ ਭਰਿਆ ਪਿਆ। ਨਹਿਰ ਵਿੱਚ ਜਾ ਖਲੋ ਤੁਸੀਂ, ਰੋਜ਼ ਜਾ ਕੇ ਦੇਖ ਲੈਣਾ, ਗੰਦ ਨਹਿਰ ਸੁੱਟੀ ਚਲੇ ਜਾਂਦੇ ਨੇ। ਇਹ ਕਾਹਦਾ ਧਰਮ ਹੈ? ਪਾਣੀ 'ਚ ਗੰਦ ਪਾਉਣਾ ਕੋਈ ਧਰਮ ਨਹੀਂ ਹੈ। ਇਹ ਧਰਮ ਦੇ ਨਾਂ 'ਤੇ ਅਖੌਤੀ ਪਖੰਡੀ ਲੋਕਾਂ ਨੇ ਜਾਂ ਉਹ ਲੋਕ ਜਿਹੜੀ ਪੁਜਾਰੀ ਸ਼੍ਰੇਣੀ, ਉਹਨਾਂ ਨੇ ਮਨੁੱਖ ਨੂੰ ਗੁੰਮਰਾਹ ਕੀਤਾ ਹੋਇਆ ਕਿ ਤੈਨੂੰ ਸੁੱਖ ਮਿਲੇਗਾ, ਉੱਥੇ ਗੰਦ ਪਾਈ ਜਾ। ਅਸੀਂ ਤੇ ਆਪਣੇ ਦਰਿਆਵਾਂ ਨਾਲਿਆਂ ਨੂੰ ਆਪ ਹੀ ਗੰਦਾ ਕਰੀ ਚਲੇ ਜਾਂਦੇ ਹਾਂ, ਹਾਲਾਂਕਿ ਇਹਨੂੰ ਪਾਣੀ ਨੂੰ ਦੇਵਤਾ ਕਿਹਾ ਜਾਂਦਾ ਹੈ। ਗੁਰਬਾਣੀ ਨੇ ਕਿਹਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਹਵਾ ਨੂੰ ਗੰਦਿਆਂ, ਕਈ ਸੜਕੇ ਜਾਂਦਿਆਂ ਕਾਰ 'ਚੋਂ ਹੀ ਬਾਹਰ ਸੁੱਟੀ ਚਲੇ ਜਾਣਗੇ, ਬੈਠੇ ਕਾਰ 'ਚ ਨੇ ਗੰਦਗੀ ਸੜਕ 'ਤੇ ਸੁੱਟੀ ਚਲੇ ਜਾਣਗੇ। ਬੜੀ ਹੈਰਾਨੀ ਦੀ ਗੱਲ ਹੈ। ਇਹਦਾ ਮਤਲਬ ਕਿ ਅਸੀਂ ਅੰਦਰੋਂ ਬੜੇ ਨਿਕੰਮੇ ਹੋ ਗਏ। ਗੱਡੀਆਂ ਮਹਿੰਗੀਆਂ ਨੇ ਪਰ ਅੰਦਰ ਸਾਡੀ ਮੱਤ ਬੜੀ ਮਾੜੀ ਜਿਹੀ ਹੋ ਗਈ ਹੈ। ਜ਼ਰੂਰੀ ਨਹੀਂ ਕਿ ਵੱਡੀ ਗੱਡੀ 'ਚ ਵੱਡਾ ਹੀ ਬੰਦਾ ਬੈਠਾ ਹੋਏ, ਜ਼ਰੂਰੀ ਨਹੀਂ ਹੈ ਕਿ ਵੱਡੇ ਘਰ 'ਚ ਵੱਡਾ ਹੀ ਬੰਦਾ ਰਹਿੰਦਾ ਹੋਏ। ਕਈ ਵਾਰੀ ਛੋਟੀਆਂ ਝੁੱਗੀਆਂ ਦੇ ਵਿੱਚ ਬੜੇ ਬੜੇ ਮਹਾਨ ਲੋਕ ਮਿਲ ਜਾਣਗੇ, ਪੈਦਲ ਜਾਂਦੇ ਤੁਹਾਨੂੰ ਬੜੇ ਪਰਉਪਕਾਰੀ ਲੋਕ ਮਿਲ ਜਾਣਗੇ। ਔਰ ਇਹ ਕੁਝ ਕਦੋਂ ਹੋਏਗਾ? ਜਦੋਂ ਅੰਦਰੋਂ ਅਸੀਂ ਉਸ ਪਰਮਾਤਮਾ ਦੀ ਭਾਉ ਭਾਵਨੀ 'ਚ ਵਿਚਰਾਂਗੇ। ਗੁਰੂ ਬਾਬਾ ਜੀ ਕਹਿੰਦੇ ਜਦੋਂ ਪਰਮਾਤਮਾ ਨਾਲ ਟੁੱਟਦੇ ਉਦੋਂ ਅਸੀਂ ਹੌਲੇ ਹੁੰਦੇ ਜਾਂਦੇ ਹਾਂ, ਨਿਕੰਮੇ ਹੁੰਦੇ ਚਲੇ ਜਾਂਦੇ ਹਾਂ, ਜ਼ਿੰਦਗੀ ਅੰਦਰ ਅਸੀਂ ਨੀਵੇਂ ਹੁੰਦੇ ਚਲੇ ਜਾਂਦੇ ਹਾਂ। ਉੱਚੇ ਉੱਠਣ ਦਾ ਇੱਕੋ ਇੱਕ ਤਰੀਕਾ ਹੈ, ਉਸ ਉੱਚੇ ਪਰਮਾਤਮਾ ਨਾਲ ਸਾਂਝ ਪਾ ਲਈਏ, ਜਿਹਦੀ ਕੀਰਤੀ ਕੀਤੀ ਹੈ ਕਿ ਹਰ ਜੇਠ ਜੁੜਨ ਦਾ ਲੋਹੜੀ ਹੈ ਜਿਸ ਅੱਗੇ ਸਭ ਨਿਮਨ। ਜਿਹਦੀ ਕੀਰਤੀ ਕੀਤੀ ਅਤ ਉੱਚਾ ਤਾਂਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾਵਾਰ। ਉਸ ਪਰਮਾਤਮਾ ਨੂੰ ਸਭ ਤੋਂ ਵੱਡਿਆਂ ਦੱਸ ਕੇ ਸਾਨੂੰ ਉਸ ਵੱਡੇ ਦੀਆਂ ਵਡਿਆਈਆਂ ਵਿੱਚ ਜੁੜਨ ਦੀ ਪ੍ਰੇਰਨਾ ਗਰੀਬ ਨਵਾਜ਼ ਸਤਿਗੁਰੂ ਜੀ ਨੇ ਕੀਤੀ ਹੈ। ਤੇ ਅਖੀਰ ਤੇ ਕਿਹਾ ਕਿ ਅਰਦਾਸ ਰੋਜ਼ ਕਰਿਆ ਕਰੀਏ ਕਿ ਵਾਹਿਗੁਰੂ ਜੀ ਆਪਣੇ ਦਰ ਤੋਂ ਸਾਨੂੰ ਭਗਤੀ ਦੀ ਦਾਤ ਦਿਓ, ਤੁਹਾਡੇ ਨਾਮ ਦਾ ਰਸ ਸਾਨੂੰ ਆਏ, ਤੁਹਾਡੀ ਸ਼ਰਨ 'ਚ ਡਿੱਗ ਜਾਈਏ ਤੇ ਤੁਹਾਡੇ ਤੋਂ ਬਿਨਾਂ ਸਾਨੂੰ ਹੋਰ ਕੋਈ ਆਸਰਾ ਨਾ ਨਜ਼ਰ ਆਏ। ਜਦੋਂ ਅਸੀਂ ਤੁਹਾਡਾ ਹੀ ਆਸਰਾ ਲੈ ਲਿਆ, ਤੁਧ ਨੂੰ ਛੋੜ ਪ੍ਰਭ ਜਾਈਏ ਕਹਿ ਧਰ, ਆ ਨਾ ਬੀਆ ਤੁਮਰੀ ਸੰਸਰ। ਵਾਹਿਗੁਰੂ ਜੀ ਤੁਹਾਡੇ ਵਰਗਾ ਤੇ ਹੋਰ ਕੋਈ ਹੈ ਹੀ ਨਹੀਂ ਹੈ, ਕਿੱਧਰ ਜਾਈਏ? ਤੁਹਾਡੇ ਵਰਗਾ ਦਿਆਲੂ, ਤੁਹਾਡੇ ਵਰਗਾ ਕਿਰਪਾਲੂ, ਤੁਹਾਡੇ ਵਰਗਾ ਦਾਤਾ ਹੋਰ ਕੋਈ ਹੈ ਨਹੀਂ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਆਪਾਂ ਜ਼ਿੰਦਗੀ ਦਾ ਆਨੰਦ ਲੈਣਾ, ਜਿਉਂ-ਜਿਉਂ ਸਰੀਰ ਦਾ ਵਿਕਾਸ ਹੋਇਆ ਹੈ, ਜਿਉਂ-ਜਿਉਂ ਆਰਥਿਕ ਤੌਰ 'ਤੇ ਵਿਕਾਸ ਹੋ ਰਿਹਾ ਹੈ, ਜਿਉਂ-ਜਿਉਂ ਸਾਡੇ ਘਰ ਵੱਡੇ ਹੋ ਰਹੇ ਨੇ, ਜਿਉਂ ਸਾਡੇ ਰੁਤਬੇ ਵੱਡੇ ਹੋ ਰਹੇ ਨੇ, ਤਿਉਂ-ਤਿਉਂ ਅਸੀਂ ਅੰਦਰੋਂ ਵੀ ਵੱਡੇ ਹੁੰਦੇ ਜਾਈਏ। ਅੰਦਰ ਸਾਡੇ ਓਨਾ ਜ਼ਿਆਦਾ ਪਿਆਰ ਮਨੁੱਖਤਾ ਲਈ ਹੋਏ, ਅੰਦਰ ਸਾਡੇ ਓਨੀ ਦਇਆ ਭਾਵਨਾ ਲੋਕਾਂ ਦੇ ਪ੍ਰਤੀ ਆਏ। ਪਰ ਹੁੰਦਾ ਇਸ ਤੋਂ ਉਲਟ ਹੈ। ਜਦੋਂ ਰੁਤਬਾ ਆ ਜਾਂਦਾ ਅੰਦਰ ਹੰਕਾਰ ਆ ਜਾਂਦਾ, ਅੰਦਰ ਕ੍ਰੋਧ ਆ ਜਾਂਦਾ, ਮਨੁੱਖ ਐਵੇਂ ਲੜੀ ਜਾਏਗਾ, ਖਾਮਖਾ ਲੋਕਾਂ ਨੂੰ ਤੰਗ ਕਰੀ ਚਲਿਆ ਜਾਏਗਾ। ਤੇ ਦੁੱਖਾਂ ਦਾ ਕਾਰਨ ਇਹ ਹੈ ਕਿ ਰੁਤਬਿਆਂ ਤੇ ਬੈਠ ਕੇ ਵੀ ਬੰਦਾ ਸੁੱਖ ਨਹੀਂ ਮੰਨ ਸਕਦਾ, ਸੁਖੀ ਨਹੀਂ ਹੋ ਸਕਦਾ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਨੂੰ ਜ਼ਿੰਦਗੀ ਦਾ ਆਨੰਦ ਮਾਣਨ ਦੇ ਲਈ ਇਹੀ ਦਾਤ ਦਿੱਤੀ ਕਿ ਆਪਾਂ ਪਰਮਾਤਮਾ ਦੇ ਦਰ ਤੋਂ ਨਾਮ ਦੀ ਦਾਤ ਮੰਗੀਏ। ਜਿਉਂ-ਜਿਉਂ ਪਰਮਾਤਮਾ ਦੇ ਨਾਮ ਦੇ ਪਿਆਰ ਵਿੱਚ ਜੁੜਾਂਗੇ। ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਕਿ ਸਾਥ ਨਾ ਚਾਲੈ ਬਿਨ ਭਜਨ, ਵਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਣਾ ਨਾਨਕ ਇਹ ਧਨ ਸਾਰ। ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਹੋਰ ਸਭ ਕੁਝ ਸ਼ਾਰ ਦਾ ਅਰਥ ਸਵਾਦ ਹੀ ਨਹੀਂ ਆਈਆਂ, ਕੁਝ ਵੀ ਸਾਡੇ ਸੰਗ ਸਾਥ ਨਹੀਂ ਜਾਣਾ। ਪਰ ਜਿਉਂ-ਜਿਉਂ ਪਰਮਾਤਮਾ ਦੇ ਪਿਆਰ ਜੁੜਾਂਗੇ, ਔਰ ਪਰਮਾਤਮਾ ਦੇ ਪਿਆਰ ਜੁੜ ਕੇ ਕੀ ਹੁੰਦਾ ਹੈ? ਅੰਦਰ ਅਕਲ ਵੀ ਆਉਂਦੀ ਹੈ, ਸਰਬ ਸਿੱਧ ਵੀ ਹੁੰਦੀ, ਖੇਮ ਕੁਸਲ ਸਰਬ ਤੈ ਸਿੱਧ, ਵਿਦਿਆ ਤਪ ਜੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉੱਤਮ ਇਸਨਾਨ।
चार पदार्थ कंप प्रगास सब के मत सगल ते उदास सुंदर चतुर तत् का बेता समदर्शी एक दृष्टेता ए फल तिस जन कै मुख भने गुरु नानक नाम बचन जो सुने। जो वाहेगुरु जी के नाम नूं सुनदा है, वाहेगुरु जी के बचनों नूं चेते करदा है, उन्हों ये फल जिंदगी च मिलते हैं। किन्ने फल सतगुरु जी ने सुखमनी साहिब जी में बयान करते, एक ही पौड़ी के अंदर कितना कुछ मिल जाता है जे परमात्मा के प्यार में जुड़ जाइए। गुरु को आने का मकसद यह है कि गुरु की पवित्र बाणी दे राही साढ़े अंदर परम पिता परमात्मा का प्यार पैदा हो जाए, वो प्यार जुड़ के असीं जिंदगी का आनंद माण सकीए। गरीब नवाज सतगुरु जी मेहर करन, ये गुरु के बचन साडे हिरदियां च वसन जी। इन्नियां ही बेनतियां प्रवान करनियां, भुलां चुकां दी खिमा बख्श देनी जीओ। सतगुरु सच्चे पातशाह समूह संगतां नूं अपने दरों घरों नाम बाणी का प्यार बख्श के करतार्थ करन जी। प्यार सर सारे ही बुलाओ। वाहिगुरु जी का खालसा, वाहिगुरु जी की फतेह।